ਇਹ ਸਾਡੀ ਬਿਹਤਰੀਨ ਆਲਾ ਦਰਜੇ ਦੀ ਸਭ ਤੋਂ 1 ਨੰਬਰ ਕਿਤਾਬ ਹੈ ਜੀ ਜੀ। ਅੱਛਾ ਤੇ ਇਹਦੇ ਵਿੱਚ ਲਿਖਿਆ ਹੋਇਆ ਹਕੀਮ ਆਪਣਾ ਸੁਨਾਬਲਾ ਕੇ ਮੁਜਰਬਾਤ। ਅੱਛਾ ਮਾਸ਼ਾਅੱਲਾ। ਸੁਨਾਬਲਾ ਕੇ ਮੁਜਰਬਾਤ ਇਹਦੇ ਵਿੱਚ ਫਟਕੀ ਮਿੱਠਾ ਸੋਡਾ। ਅੱਛਾ ਇਹ ਵੀ ਇਹ ਲਿਖਿਆ ਹੈ ਔਰ ਅਜਵੈਨ ਖੁਰਾਸਾਨੀ ਵੀ ਲਿਖੀ माशाअल्लाह। हकीम साहब ने अपने हाथ में ली मेरे मुजरबात माशाअल्लाह। ये देखा जी पुरानी याद निशानी, ये उनकी निशानी है उस्ताद साहब की। ठीक हो गया सही। अखीर डॉक्टर ने बह के मशवरा किया कि ਇਹਦਾ ਅੰਗੂਠਾ ਕੱਟ ਦਿਓ। हाँ हर तरह ਨਾਲ अल्लाह अकबर। अल्लाह। लो जी हजरात, अल्लाह ताला बरकत दे इस मुलाकात में। ये हमारे उस्ताद मोहतरम हैं, बहुत पुराने, अब उम्र भी काफ़ी हो गई है इनके, 100 के करीब करीब पहुंच रहे हैं। हम छोटे छोटे थे, इधर ही पढ़ा करते थे स्कूल में, तो उस वक्त से हजरत इधर हिकमत करते थे माशाल्लाह। और अल्लाह के रास्ते के मेहमान भी आते तो अक्सर हम देखते उनको दवाइयाँ भी ये फ्री दिया करते थे। तो अल्लाह वाले बंदे हैं। तो बड़ी देर से हजरत की भी ख्वाहिश थी कि भाई आए नहीं आप काफ़ी देर से, तो मैंने भी अब वक्त निकाला तो अल्हम्दुलिल्लाह मुलाकात हुई। तो मैंने कहा चलो ये मुलाकात यादगार रहे, ताकि जो हुकामा हमारे हजरात हैं उनको भी कुछ फ़ायदा होगा। कुछ बातें पूछते हैं, कुछ यादें पुरानी, कोई बातें, कोई नुस्खे, इंशाअल्लाह सब कुछ बताते हैं। तो आप भी बरकत की दुआ करना कि अल्लाह इसमें बरकत दे, इखलास दे और अपनी रज़ा का और अपने कुर्ब का ज़रिया बनाए इस मुलाकात को। तो हज़रत अब माशाल्लाह आप हज़रत हमारे बड़े हैं, तो आप फरमाएं कि आपने कैसे, आपको शौक़ पैदा हुआ हिकमत का, क्यों कर आपने ये शुरू किया, क्या वजह थी? ये अपनी पुरानी यादों में सुनाएं अपनी। अल्लाह की कुदरत है कि मेरा खानदान जद्दी पुश्ती कई 100 साल तो अनपढ़, अल्लाह अकबर, कोई भी नहीं पढ़िया माशाअल्लाह। सब तो पहला मैं शख्स हाँ जो पढ़िया। सुभान अल्लाह। नानकियां विचों दादकियां विचों बिल्कुल किसी ने भी अलग बेद तालीम की नहीं। सही। ਅਸੀਂ 5 ਭਾਈ ਆ, ਇੱਕ ਬਾਪ ਦੀ ਔਲਾਦ। ਹਾਂ ਔਰ ਇੱਕ ਸਾਡਾ ਭਾਈ ਜਿਹੜਾ ਉਹ ਦੂਸਰੇ ਚਾਚੇ ਸਾਡੇ ਦਾ ਬੇਟਾ ਹੈ। ਹਾਂ ਉਸ ਦਾ ਕੋਈ ਵੀ ਨਹੀਂ ਸੀ ਤੇ ਉਹ ਸਾਡੇ ਬਾਪ ਨੇ ਕਰ ਲਿਆ। ਸਹੀ। 6 ਭਾਈ ਹੋ ਗਏ। ਠੀਕ। ਔਰ 6 ਭਾਈਆਂ ਦੇ ਵਿੱਚੋਂ ਕਿਸੇ ਨੂੰ ਵੀ ਅਲਗ ਦੇ ਨਹੀਂ ਸੀ। ਅੱਛਾ। ਤਾਲੀਮ ਕੋਈ ਨਹੀਂ ਸੀ। ਸਹੀ। ਮੈਂ ਸਭ ਤੋਂ ਪਹਿਲਾ ਸ਼ਖਸ ਹਾਂ ਜਿਹੜਾ ਪੜ੍ਹਿਆ। ਠੀਕ। ਹਾਂਜੀ। ਪੜ੍ਹਨ ਤੋਂ ਬਾਅਦ ਮੈਂ ਅਜੇ ਉਦੋਂ 8ਵੀਂ ਜਮਾਤ ਵਿੱਚ ਪੜ੍ਹਦਾ ਸਾਂ। ਹਾਂ। ਤੇ ਮੇਰੇ ਅੱਬੇ ਨੇ ਇੱਕ ਦਿਨ ਬੈਠਿਆਂ ਬੈਠਿਆਂ ਕਿਹਾ ਕਿ ਮੇਰਾ ਦਿਲ ਕਰਦਾ ਕਿ ਮੇਰਾ ਹਕੀਮ ਬਣੇ। ਸਹੀ। ਮੈਂ ਕਿਹਾ ਬਣਾ ਦਿਓ। ਮੈਨੂੰ ਸ਼ੌਰ ਪੈਦਾ ਹੋਇਆ। ਔਰ ਉਸ ਤੋਂ ਪਹਿਲੇ ਵੀ ਮੈਂ ਬੱਚਿਆਂ ਦੇ ਵਿੱਚ ਖੇਡਦਿਆਂ ਖੇਡਦਿਆਂ ਘੱਟੇ ਦੀਆਂ ਪੁੜੀਆਂ ਬੰਨ੍ਹ ਕੇ ਬੱਚਿਆਂ ਨੂੰ ਦਿੰਦਾ ਹੁੰਦਾ ਸੀ ਕਿ ਆਹ ਲਓ ਦਵਾਈ ਖਾ ਲਓ। माशाअल्लाह, यानी शौक बचपन तो शौक कुदरती अल्लाह पाक ने रखा था फितरत में ही। हाँ। फिर ਅਸੀਂ ਇੱਕ विना वाले बाजार पुरानी सब्जी मंडी हकीम खान हकीम गुलाम मोहम्मद जलंधरी जी, ਉਹਨਾਂ ਦੇ ਕੋਲ ਚਲੇਗਾ। ਉਹ ਇਸ ਇਲਾਕੇ ਦੇ अच्छे हकीम सन, ਅੱਛੇ ਜਾਂ ਖਾਸੇ ਯਾਨੀ ਕਿ ਤਬੀਬ ਸਨ। जी जी जी। ਉਹਨਾਂ ਦੇ ਕੋਲ ਚਲੇਗਾ, ਉਹਨਾਂ ਨਾਲ ਜਾ ਕੇ ਮਸ਼ਵਰਾ ਕੀਤਾ ਤੇ ਉਹਨਾਂ ਨੇ ਪੁੱਛਿਆ ਕਿ ਕਿੰਨਾ ਪੜ੍ਹਿਆ ਹੈ। हाँ ਇਹ ਵੀ 8 ਜਮਾਤਾਂ ਪੜ੍ਹਿਆ ਹੈ। सही। ਇਹ 8 ਨਹੀਂ ਫਿਰ 10 ਜਮਾਤਾਂ ਕਰਾਓ। हाँ ਫਿਰ ਕੰਮ ਚੱਲੇਗਾ। 8 ਵਾਲਾ ਨਹੀਂ ਕੀ ਬਣ ਸਕਦਾ। सही। ਚਲੋ ਮੈਂ ਫਿਰ ਆ ਕੇ ਦੂਸਰੇ ਦਿਨ ਸਕੂਲ ਚਲਾ ਗਿਆ। सही। ਸਕੂਲ ਪੜ੍ਹ ਕੇ 10 ਜਮਾਤਾਂ ਪੜ੍ਹ ਕੇ ਉਸ ਤੋਂ ਬਾਅਦ ਫਿਰ ਗਏ। हाँ ਤੇ ਫਿਰ ਕਹਿਣ ਲੱਗੇ ਚਲੋ ਹੁਣ ਠੀਕ ਹੈ ਤੇ ਤੁਸੀਂ ਨਾ ਹੁਣ ਇਹ ਕੰਮ ਕਰੋ ਕਿ ਕਾਲਜ ਦੀਆਂ ਫੀਸਾਂ ਦਾ ਬੰਦੋਬਸਤ ਕਰੋ। सही। ਅੱਬੂ ਕਹਿਣ ਲੱਗੇ ਕਿ ਕਾਲਜ ਦੀਆਂ ਫੀਸਾਂ ਅਸੀਂ ਨਹੀਂ ਦੇ ਸਕਦੇ। नहीं देन जोगे। ਹਾਂ ਇਹਨੇ ठीक है। ਜੋਗੇ ਨਹੀਂ। सही। ਅੱਛਾ ਚਲੋ ਫਿਰ ਮੈਂ ਪੜ੍ਹਾਉਣਾ। हाँ ਤੇ ਫਿਰ ਇਹਦਾ ਇਮਤਿਹਾਨ ਦਵਾ ਦਿਆਂਗੇ। हकीम साहब ने क्या, ਹਕੀਮ ਸਾਹਿਬ ਨੇ ਕਿਹਾ। अल्लाह वाले आदमी सन हाँ जी, हाँ। माशाअल्लाह। ਜਾ ਉਹਨਾਂ ਦੇ ਕੋਲ ਮੈਂ ਪੜ੍ਹਨਾ ਸ਼ੁਰੂ ਹੋ ਗਿਆ। ठीक है। ਪੜ੍ਹਦਿਆਂ ਥੋੜੀ ਦੇਰ ਹੀ ਪੜ੍ਹਿਆ हाँ ਤੇ ਉਸ ਤੋਂ ਬਾਅਦ 1-2 ਸ਼ਾਗਿਰਦ ਹੋਰ ਆ ਗਏ अच्छा। ਮੇਰੇ ਤੋਂ ਵੇਖ ਕੇ। हाँ हाँ ਜਦੋਂ ਹੋਰ ਆ ਗਿਆ ਤੇ ਪੜ੍ਹਦਿਆਂ ਨੇ ਇੱਕ ਸਵਾਲ ਐਸਾ ਆ ਗਿਆ अच्छा। ਕਿ ਉਹਦਾ ਜਵਾਬ ਹਕੀਮ ਸਾਹਿਬ ਨੇ ਪੁੱਛਿਆ ਮੇਰੇ ਕੋਲੋਂ, हाँ ਉਹਨਾਂ ਦੋਵਾਂ ਕੋਲੋਂ ਵੀ, हाँ ਤੇ ਉਹਨਾਂ ਦੋਵਾਂ ਨੂੰ ਨਾ ਆਇਆ, ਮੈਨੂੰ ਆ ਗਿਆ। अच्छा। ਤੇ ਮੈਨੂੰ ਕਹਿਣ ਲੱਗੇ ਕਿ ਮਾਸ਼ਾਅੱਲਾ ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਦੂਸਰੇ ਦੇ ਦੋਵੇਂ ਸ਼ਾਗਿਰਦ ਗਏ। अच्छा वो छुट्टी कर ਉਹ गया। ਸ਼ਰਮ ਦੇ ਮਾਰੇ अच्छा। ਛੁੱਟੀ ਕਰ ਗਿਆ। सवाल की पूछा सी याद है कोई? ਆ ਸਵਾਲ ਪੁੱਛਿਆ ਸੀ हाँ ਤਵੱਲਦ ਦੇ ਮੁਤਾਬਕ। हाँ अच्छा। ਤਵੱਲਦ ਦੇ ਮੁਤਾਬਕ। ठीक है।
ਉਸ ਤੋਂ ਬਾਅਦ ਫਿਰ ਜਨਾਬ ਪੜ੍ਹਦੇ ਰਹੇ। ਹਾਂ ਪੜ੍ਹਦਿਆਂ ਮੈਨੂੰ ਕਹਿਣ ਲੱਗੇ 3 ਸਾਲ ਤੋਂ ਪੜ੍ਹਨਾ। ਠੀਕ ਹੈ 3 ਸਾਲ ਪੜ੍ਹਨ ਦੇ ਵਾਸਤੇ ਮੈਂ ਸ਼ੁਰੂ ਹੋ ਗਿਆ। ਸਹੀ ਉਸ ਤੋਂ ਬਾਅਦ ਪੜ੍ਹਦਿਆਂ ਨਾ ਸਾਲ 1.5 ਸਾਲ ਗੁਜ਼ਰ ਗਿਆ ਤੇ ਮੇਰੇ ਅੱਬਾ ਫੌਤ ਹੋ ਗਏ। ਅੱਛਾ ਯਤੀਮ ਹੋ ਗਿਆ ਤੁਸੀਂ ਉਦੋਂ ਹਾਂ ਫੌਤ ਹੋ ਗਿਆ। ਹਾਂ ਮੈਂ ਫਿਰ ਯਤੀਮ ਹੋ ਗਿਆ, ਮੈਂ ਬੇਆਸਰਾ ਹੋ ਗਿਆ, ਹਾਂ ਕੋਈ ਕਿਸੇ ਕਿਸਮ ਦਾ ਆਸਰਾ ਨਾ ਰਿਹਾ। ਸਹੀ ਬਹੁਤ ਪਰੇਸ਼ਾਨ ਹੋ ਕੇ ਮੈਂ ਬੈਠ ਗਿਆ ਹਾਂ ਤੇ ਬੈਠਿਆਂ ਮੇਰੇ ਉਸਤਾਦ ਮੈਨੂੰ ਕਹਿੰਦੇ ਨੇ ਸੁਨਾਵਦਾ ਮੈਨੂੰ ਪਤਾ ਹੈ ਤੂੰ ਪਰੇਸ਼ਾਨ ਹੈ ਹਾਂ ਤੇ ਤੇਰੇ ਕੋਲ ਮੈਂ ਜਿਹੜੀ ਗੱਲ ਪੁੱਛਣਾ ਉਹ ਮੈਨੂੰ ਦੱਸ। ਹਾਂ ਮੈਂ ਕਿਹਾ ਜੀ ਪੁੱਛੋ। ਤੁਸੀਂ ਘਰ ਦੇ ਕਿੰਨੇ ਜੀ ਹੋ? ਹਾਂ ਮੈਂ ਕਿਹਾ ਜੀ 3, ਇੱਕ ਹਾਂ ਮੈਂ, ਇੱਕ ਮੇਰੀ ਮਾਂ ਤੇ ਇੱਕ ਮੇਰਾ ਭਾਣਜਾ। ਸਹੀ ਬਾਕੀ ਸਾਰੇ ਲਹਿਦਾ ਨੇ। ਠੀਕ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਇਹ ਕੁਝ ਬਣਦਾ ਹੈ ਕਿ ਨਹੀਂ ਬਣਦਾ। ਸਹੀ ਕਹਿਣ ਲੱਗੇ ਅੱਛਾ ਫਿਰ ਤੂੰ ਮੇਰੇ ਆਖੇ ਲੱਗ। ਹਾਂ ਮੈਂ ਕਿਹਾ ਜੀ ਦੱਸੋ ਹੁਕਮ ਕਰੋ। ਕਹਿਣ ਲੱਗੇ ਉਹ ਜਿਹੜਾ ਤੇਰਾ ਭਾਣਜਾ ਨਾ ਹਾਂ ਉਹ ਉਹਦੀ ਮਾਂ ਨੂੰ ਦੇ ਛੱਡ। ਅੱਛਾ ਹਾਂਜੀ ਠੀਕ ਕੀ ਹੈ ਕਰਨਾ ਉਹਨੂੰ? ਸਹੀ ਹੈ ਮੈਂ ਕਿਹਾ ਜੀ ਗੱਲ ਤਾਂ ਠੀਕ ਹੈ ਪਰ ਹੁਣ ਮੈਂ ਕਿਵੇਂ ਜਾ ਕੇ ਆਖਾਂ ਬਈ ਜਾ। ਹਾਂ ਚਲੋ ਖੈਰ ਗੁਜ਼ਾਰਾ ਹੁੰਦਾ ਪਿਆ। ਉਸ ਤੋਂ ਬਾਅਦ ਤੇ ਜਿਹੜੀ ਤੇਰੀ ਮਾਂ ਹੈ ਉਹਦੇ ਹੋਰ ਵੀ ਪੁੱਤਰ ਹੈ, ਹਾਂ ਉਹ ਕਿਸੇ ਹੋਰ ਕੋਲ ਚਲੀ ਜਾਏਗੀ ਅੱਛਾ ਤੇ ਤੂੰ ਮੇਰੇ ਕੋਲ ਆ ਜਾ। ਅੱਛਾ ਮੈਂ ਤੇਰੀ ਕਿਫਾਲਤ ਕਰਨਾ ਹਾਂ ਹਰ ਤਰ੍ਹਾਂ ਨਾਲ। ਅੱਲਾਹੁ ਅਕਬਰ ਹਰ ਅੱਲਾਹ ਤਰ੍ਹਾਂ ਨਾਲ ਮੈਂ ਤੇਰੀ ਕਿਫਾਲਤ ਕਰਨਾ। ਤੇਰੇ ਖਾਣੇ ਦਾ ਬੰਦੋਬਸਤ ਮੈਂ ਕਰਨਾ, ਸਹੀ ਕੱਪੜਾ ਜੁੱਤੀ ਜੋ ਕੁਛ ਵੀ ਤੈਨੂੰ ਜ਼ਰੂਰਤ ਹੈ ਮੈਂ ਕਰਨਾ ਤੇ ਅੱਲਾਹੁ ਤੂੰ ਮੇਰੇ ਕੋਲ ਆ ਜਾ। ਸਹੀ ਮੈਂ ਕਿਹਾ ਜੀ ਠੀਕ ਹੈ। ਸਹੀ ਮੁਖਲਸ ਆਦਮੀ ਸੀ। ਮੈਂ ਉੱਥੇ ਰਹਿਣਾ ਸ਼ੁਰੂ ਹੋ ਗਿਆ ਠੀਕ ਹੈ ਉਹਨਾਂ ਦੇ ਕੋਲ ਹੀ। ਹਾਂ ਉਹਨਾਂ ਦੇ ਨਾਲ ਹੀ ਆਉਣਾ, ਉਹਨਾਂ ਦੇ ਨਾਲ ਹੀ ਜਾਣਾ, ਉੱਥੇ ਰਹਿਣਾ ਸ਼ੁਰੂ ਹੋ ਗਿਆ। ਹਾਂ ਰਹਿੰਦਿਆਂ 3 ਸਾਲ ਪੂਰੇ ਹੋ ਗਏ। ਅੱਛਾ 3 ਸਾਲ ਪੂਰੇ ਹੋ ਗਏ ਤੇ ਨਾ ਉਹਨਾਂ ਨੂੰ ਇਸ ਗੱਲ ਦਾ ਕੀ ਸਭ ਨੂੰ ਇਸ ਗੱਲ ਦਾ ਖਿਆਲ ਆਇਆ ਕਿ ਮੈਂ ਇਸ ਨੂੰ ਛੁੱਟੀ ਲੈਵਾਂ ਅੱਛਾ ਤੇ ਨਾ ਮੈਂ ਹੀ ਛੁੱਟੀ ਮੰਗੀ। ਅੱਲਾਹੁ ਅਕਬਰ ਹਾਂਜੀ ਐਸਾ ਵਕਤ ਸੀ ਐਸਾ ਵਕਤ ਸੀ। ਅਦਬ ਅਦਾਬ ਕਰਦਿਆਂ 4.5 ਸਾਲ ਗੁਜ਼ਰ ਗਏ। ਅੱਛਾ 4.5 ਸਾਲ ਗੁਜ਼ਰ ਗਿਆ ਤੇ ਮੈਂ ਇੱਕ ਦਿਨ ਬੈਠਾ ਨਾ ਹਾਂ ਇੱਕ ਚਿੱਠ ਦੇ ਉੱਤੇ ਦੇਖ ਕੇ ਨਾ ਕਾਗਜ਼ ਦੇ ਉੱਤੇ ਹਾਂ ਤੇ ਅੱਗੇ ਰੱਖ ਦਿੱਤਾ। ਹਾਂ ਮੈਂ ਕਿਹਾ ਜੀ ਮੇਰੇ ਬਹੁਤ ਸਾਰੇ ਕੰਮ ਰੁਕੇ ਹੋਏ ਨੇ ਹਾਂ ਤੇ ਮੈਂ ਜਿੰਨਾ ਚਿਰ ਦੁਆਖਾਨਾ ਨਹੀਂ ਬਣਾਵਾਂਗਾ ਉਹਨਾਂ ਚਿਰ ਮੇਰੇ ਕੰਮ ਨਹੀਂ ਹੋਣੇ। ਅੱਛਾ ਹਾਂਜੀ ਤੇ ਕਹਿਣ ਲੱਗੇ ਅੱਛਾ ਕਿਹੜੇ ਤੇਰੇ ਕੰਮ ਰੁਕੇ ਨੇ? ਹਾਂ ਬਸ ਮੈਂ ਕਰਨਾ। ਅੱਛਾ ਮੈਂ ਕਿਹਾ ਜੀ ਉਹ ਤੁਹਾਡੇ ਵਾਲੇ ਵੀ ਅੱਛਾ ਨੇ। ਕੀ ਮਤਲਬ? ਮੈਂ ਕਿਹਾ ਜਦੋਂ ਮੈਨੂੰ ਕੋਈ ਵੇਖਣ ਆਉਂਦਾ ਹੈ ਨਾ ਹਾਂ 25 ਸਾਲ ਉਮਰ ਹੋ ਗਈ ਹੈ, ਹਾਂ ਜਦੋਂ ਮੈਨੂੰ ਕੋਈ ਵੇਖਣ ਆਉਂਦਾ ਨਾ ਤੇ ਹਾਂ ਮੁੰਡਾ ਕੰਮ ਕੀ ਕਰਦਾ ਕੰਮ ਹੈ ਕੀ ਕਰਦਾ ਹੈ? ਤੇ ਉਹ ਕਹਿੰਦੇ ਨੇ ਜੀ ਘਰ ਦੇ ਕੇ ਜੀ ਬੱਚਾ ਸਾਡਾ ਕੀ ਨੇ ਹਾਂ ਤੇ ਪੁੱਛਦੇ ਨੇ ਤੂੰ ਆਖਾਂ ਨਾ ਕਿੱਥੇ ਦੇ ਹਾਂ ਤੇ ਫਿਰ ਆਉਂਦੇ ਨੇ ਜੀ ਆਪਣੇ ਉਸਤਾਦ ਦੇ ਕੋਲ ਜੀ। ਸਹੀ ਤੇ ਉਹ ਫਿਰ ਅੱਗੋਂ ਕਹਿ ਛੱਡਦੇ ਨੇ ਕਿਸੇ ਹਕੀਮ ਸਾਹਿਬ ਦੀਆਂ ਦਵਾਈਆਂ ਪੁੱਛਦਾ ਹੁੰਦਾ। ਸਹੀ ਹਕੀਮ ਕੋਈ ਨਹੀਂ। ਹਾਂ ਉਹਨਾਂ ਨੇ ਕਿਹਾ ਅੱਛਾ ਲੈ ਫਿਰ ਅੱਜ ਮੈਂ ਤੈਨੂੰ ਫੰਡ ਲਿਖ ਦੇਣਾ ਆਪਣੇ ਕੋਲੋਂ ਅੱਛਾ ਪ੍ਰਾਈਵੇਟ ਹਾਂ ਪੜ੍ਹਨ ਦੀ। ਉਹਨਾਂ ਫਿਰ ਮੈਨੂੰ ਫੰਡ ਲਿਖ ਕੇ ਦਿੱਤੀ ਕਿ ਇਸ ਬੱਚਾ 3 ਸਾਲ ਮੇਰੇ ਕੋਲ ਪੜ੍ਹਿਆ, ਹਾਂ ਨਾਲ ਪ੍ਰੈਕਟੀਕਲ ਕੀਤਾ। ਹਾਂ ਇਸ ਵਾਸਤੇ ਮੈਂ ਉਹਨੇ ਨੂੰ ਇਸ ਕਾਬਲ ਸਮਝਣਾ ਕਿ ਇਹ ਦਵਾਖਾਨਾ ਚਲਾ ਸਕਦਾ। ਸਹੀ ਲਿਆਦਾ ਮੈਂ ਇਹਨੂੰ ਆਪਣੀ ਤਰਫੋਂ ਸਰਟੀਫਿਕੇਟ ਦੇਣਾ ਠੀਕ ਹੈ ਕਾਰਕਰਦਗੀ ਦਾ ਸਹੀ ਤੇ ਇਹਨੂੰ ਇਜਾਜ਼ਤ ਤੇ ਹੁਣ ਕੰਮ ਕਰਨਾ। ਠੀਕ ਹੈ ਉਧਰ ਇਹ ਸਰਟੀਫਿਕੇਟ ਮਿਲ ਗਿਆ ਤੇ ਉਧਰੋਂ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਹਕੀਮ ਦੇ ਹਾਂ ਇਹਨਾਂ ਦਾ ਇਮਤਿਹਾਨ ਲਵੋ। ਸਹੀ ਜਿਹੜਾ ਕਾਮਯਾਬ ਹੁੰਦਾ ਹੈ ਹਾਂ ਉਹਨੂੰ ਰੱਖੋ, ਬਾਕੀ ਦਿਨ ਰੋਟੀ ਛੁੱਟੀ ਕਰਾ ਦਿਓ। ਹਾਂ ਦੇ ਦਿਓ ਉਦੋਂ ਬਕਾਇਦਾ ਦੇ ਹੁੰਦੇ ਨਹੀਂ ਸਨ। ਦੇ ਦਿਓ ਦੇ ਦਿਓ ਦੇ ਦਿਓ। ਇੱਕ ਮੈਂ ਉੱਥੇ ਸ਼ੁਰੂ ਕਰਾਂ ਜੀ ਜੀ। ਉਸ ਤੋਂ ਬਾਅਦ ਫਿਰ ਉਹ ਬੱਚਾ ਵੀ ਸਾਡੇ ਕੋਲ ਹੀ ਰਿਹਾ ਠੀਕ ਹੈ ਤੇ ਗੁਜ਼ਾਰਾ ਹੁੰਦਾ ਰਿਹਾ। ਸਹੀ ਮੈਂ ਫਿਰ ਤਕਰੀਬਨ 1 ਮਹੀਨੇ 2 ਮਹੀਨੇ ਬਾਅਦ ਮੈਂ ਫਿਰ ਆਪਣਾ ਦਵਾਖਾਨਾ ਇੱਥੇ ਖੋਲ ਲਿਆ। ਠੀਕ ਹੈ ਨਾਲ ਪ੍ਰੈਕਟੀਕਲ ਹੁੰਦਾ ਰਿਹਾ, ਨਾਲ ਕੰਮ ਕਰਦਾ ਰਿਹਾ। ਨਹੀਂ ਉਹ ਗਵਰਨਮੈਂਟ ਨੇ ਬੁਲਾਇਆ ਉੱਥੇ ਵੀ ਤਾਂ ਤੁਸੀਂ ਥੋੜੀ ਇਮਤਿਹਾਨ ਦੀ ਸੂਰਤ ਹਾਲ ਕੋ ਕੀ ਬਣੀ ਉਦੋਂ ਕੀ ਤਰੀਕਾਕਾਰ ਹੁੰਦਾ ਸੀ ਉਦੋਂ? ਬੜੀ ਪਰੇਸ਼ਾਨੀ ਹੋਈ। ਅੱਛਾ ਉੱਥੇ ਜਨਾਬ 4 ਹਕੀਮ ਸਨ ਠੀਕ ਹੈ ਇਹਨਾਂ ਨੇ ਸਾਡਾ ਇਮਤਿਹਾਨ ਦੇਣਾ। ਸਹੀ ਹਾਂਜੀ ਉਹ ਆ ਕੇ ਤੇ ਬੈਠ ਗਿਆ ਹਾਂ ਬੜੀ ਪਰੇਸ਼ਾਨੀ ਤੇ ਖੁਰ ਕੀ ਬਣਨਾ ਖੌਫ ਸੀ ਬੈਠਾ। ਮੈਂ ਬਰਾਮਦੇ ਦੇ ਵਿੱਚ ਬੈਠਾ ਤੇ ਹਕੀਮ ਮਹਿਮੂਦ ਸਾਹਿਬ ਹਾਂ ਤੇ ਹਕੀਮ ਗੁਲਾਮ ਅਹਿਮਦ ਸਾਹਿਬ ਅੱਛਾ ਆ ਰਹੇ ਨੇ। ਤੁਹਾਡੇ ਉਸਤਾਦ ਹਾਂ ਆ ਰਹੇ ਨੇ ਤੇ ਗੱਲਾਂ ਬਾਤਾਂ ਕਰਦੇ ਹੁੰਦੇ ਨੇ ਕਿ ਜੀ ਇਹ ਬੱਚਾ ਜੋ ਰਹਿੰਦਾ ਇਹਦਾ ਕੁਝ ਬਣਨਾ ਚਾਹੀਦਾ, ਸਰਟੀਫਿਕੇਟ ਮਿਲਣਾ ਚਾਹੀਦਾ ਸਹੀ ਤਾਂ ਕਿ ਇਹ ਕਾਰੋਬਾਰ ਸ਼ੁਰੂ ਕਰ ਦੇਵੇ। ਹਾਂ ਤਾਂ ਹਕੀਮ ਆਪਣਾ ਮਹਿਮੂਦ ਸਾਹਿਬ ਕਹਿੰਦੇ ਨੇ ਕਿ ਅੱਛਾ ਇਹ ਤੁਹਾਡਾ ਸ਼ਾਗਿਰਦ? ਹਾਂ ਮੈਂ ਬੈਠਾ ਸੀ ਕੱਲਾ ਹੀ ਬਰਾਮਦੇ ਦੇ ਵਿੱਚ ਪਰੇਸ਼ਾਨੀ ਦੀ ਹਾਲਤ ਵਿੱਚ ਅੱਛਾ ਕੱਲਾ ਹੀ ਬੈਠਾ ਸਾਂ ਤੇ ਕਹਿੰਦੇ ਨੇ ਇਹ ਤੁਹਾਡਾ ਸ਼ਾਗਿਰਦ? ਹਾਂ ਅੱਛਾ ਜੀ ਹਾਂ ਜੀ ਇਹ ਕੋਈ ਸ਼ਾਗਿਰਦ। ਮੈਂ ਫਿਰ ਇਹਨੂੰ ਕੁਝ ਪੁੱਛਾਂ? ਹਾਂ ਪੁੱਛ ਲਓ। ਅੱਛਾ ਉਹਨੇ ਕਿ ਮਹਿਮੂਦ ਸਾਹਿਬ ਨੇ ਇੱਕ ਸਾਹ ਦੇ ਅੰਦਰ 4 ਸਵਾਲ ਕੀਤੇ। ਅੱਛਾ
ਮੈਂ ਉਸੇ ਰਫਤਾਰ ਦੇ ਨਾਲ ਹੀ ਚਮਾ ਸਵਾਲਾਂ ਦੇ ਜਵਾਬ ਦਿੱਤੇ। ਅੱਛਾ ਹਾਂਜੀ, ਤੇ ਬੜੇ ਖੁਸ਼ ਹੋਏ, ਇੱਕ ਦੂਸਰੇ ਦੇ ਹੱਥ ਤੇ ਹੱਥ ਮਾਰ ਕੇ ਨਾ ਹਾਂ ਹੱਸੇ। ਅੱਛਾ ਕਹਿੰਦੇ ਨੇ ਕੀ ਸਾਹਿਬ ਇਹਨੂੰ ਕੋਈ ਫਿਕਰ ਨਹੀਂ, ਇਹ ਨਿਕਲ ਜਾਏਗਾ, ਇਹ ਪਾਸ ਹੋ ਜਾਏਗਾ। ਸਹੀ ਹਾਂਜੀ। ਹਾਂ, ਉਹ ਫਿਰ ਜਨਾਬ ਉੱਥੇ ਜਦੋਂ ਮੇਰਾ ਇੰਟਰਵਿਊ ਲੱਗਾ ਹੋਣ, ਹਾਂ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਇਲਾਕੇ 'ਚ ਕੋਈ ਹੋਰ ਵੀ ਟੀਮ ਹੈ? ਹਾਂ ਮੈਂ ਕਿਹਾ ਹਾਂਜੀ ਹੈ। ਤੇ ਹਾਂ ਫਿਰ ਉਹਨੂੰ ਰਿਜੈਕਟ ਕਰ ਦਿੱਤਾ, ਅੱਛਾ ਤੁਸੀਂ ਇਕੱਲੇ ਉਸ ਇਲਾਕੇ 'ਚ ਕੰਮ ਕਰੋ। ਅੱਛਾ ਮੈਂ ਨਹੀਂ ਇਹ ਚਾਹੁੰਦਾ, ਹਾਂ ਉਹ ਵੀ ਕਰੇ ਕੰਮ, ਉਹਦੀ ਰੋਜ਼ੀ ਲੱਤ ਨਹੀਂ ਮਾਰਨੀ। ਜੋ ਉਹਦੀ ਕਿਸਮਤ ਹੈ ਉਹਨੂੰ ਮਿਲੇਗਾ, ਸਹੀ ਜੋ ਮੇਰੀ ਕਿਸਮਤ ਹੈ ਮੈਨੂੰ ਮਿਲੇਗਾ। ਸਹੀ ਜੀ ਠੀਕ ਹੈ। ਫਿਰ ਉਹ ਫਿਰ ਜਨਾਬ ਸਾਨੂੰ ਉਹ ਲੱਗਾ हुआ है, ਮਾਸ਼ਾਅੱਲਾ। ਹਾਂਜੀ ਉਹ ਮਿਲ ਗਿਆ, ਸਹੀ ਸਰਟੀਫਿਕੇਟ ਉਹਦਾ ਮਿਲ ਗਿਆ। ਸਰਟੀਫਿਕੇਟ ਮਿਲ ਸਹੀ। ਗਿਆ। ਉਸ ਤੋਂ ਬਾਅਦ ਫਿਰ ਕੰਮ ਕਰ ਰਹੇ ਹਾਂ, ਕੰਮ ਫਿਰ ਤੁਸੀਂ ਇੱਕ ਵਾਰੀ ਦੱਸਿਆ ਕਿ ਉਸਤਾਦ ਜੀ ਬਿਮਾਰ ਹੋ ਗਏ, ਗੁਲਾਮ ਅਹਿਮਦ ਸਾਹਿਬ, ਹਾਂਜੀ, ਜਦੋਂ ਤੁਹਾਨੂੰ ਬੁਲਾਇਆ। ਉਹ ਫਿਰ ਇਸ ਤਰ੍ਹਾਂ ਕਰਦੇ ਰਹੇ। ਫਿਰ ਉਸਤਾਦ ਜੀ ਇੱਕ ਦਫਾ ਐਸਾ ਜ਼ਿਕਰ ਆਇਆ ਹਾਂ ਕਿ ਉਸਤਾਦ ਜੀ ਹਕੀਮ ਗੁਲਾਮ ਅਹਿਮਦ ਸਾਹਿਬ ਹਾਂ ਬਿਮਾਰ ਹੋ ਗਏ। ਹਾਂ ਜਦੋਂ ਬਿਮਾਰ ਹੋ ਗਏ ਤੇ ਬੈਠੇ ਬੈਠੇ ਡਿੱਗ ਪਏ ਅੱਛਾ ਕੁਰਸੀ ਤੋਂ। ਹਾਂ ਬੱਚੇ ਨੇ ਚੁੱਕਿਆ ਤਾਂ ਉਹ ਇੱਕ ਸਲੀਮ ਰਾਣਾ ਡਾਕਟਰ ਸਾਹਿਬ ਸਨ, ਹਾਂ ਉਹਨਾਂ ਦੇ ਕੋਲ ਲੈ ਗਿਆ। ਅੱਛਾ ਉਹ ਸਲੀਮ ਰਾਣਾ ਡਾਕਟਰ ਸਾਹਿਬ ਨੇ ਚੈੱਕ ਕਰਕੇ ਦੇਖਿਆ ਤੇ ਉਹਨਾਂ ਕਿਹਾ ਕਿ ਹਾਰਟ ਅਟੈਕ ਦੀ ਤਕਲੀਫ ਹੋਈ ਹੈ ਹਾਂ ਤੇ ਇਹਨਾਂ ਨੂੰ ਹੁਣ ਚੱਲਣ ਫਿਰਨ ਨਹੀਂ ਦੇਣਾ, ਅੱਛਾ ਇਹਨਾਂ ਨੂੰ ਲਿਟਾ ਛੱਡਣਾ। ਸਹੀ ਉਹਨੇ ਆ ਕੇ ਚਾਰਪਾਈ ਤੇ ਲਿਟਾ ਦਿੱਤਾ। ਹਾਂ ਉਹ ਜਦੋਂ ਕਿ ਇਨਸਾਨ ਕਿਤੇ ਉੱਠ ਕੇ ਬਹਿਣ ਤੇ ਉਹ ਫੜ ਕੇ ਕੰਧਿਆਂ ਤੋਂ ਲਿਟਾ ਦੇਣ, ਹਾਂ ਜਦੋਂ ਉੱਠ ਕੇ ਬਹਿਣ ਉਹਦੇ ਬੱਚੇ ਦੀ ਕੰਧਿਆਂ ਤੋਂ ਫੜ ਕੇ ਲਿਟਾ ਛੱਡ ਉੱਠਣ ਨਾ ਦੇਣ। ਹਾਂ, ਉਹ ਜਨਾਬ ਤਕਰੀਬਨ 1.5 ਮਹੀਨਾ ਇਲਾਜ ਜਾਰੀ ਰਿਹਾ। ਅੱਛਾ ਤੇ 1.5 ਮਹੀਨੇ ਦੇ ਵਿੱਚ ਇਹ ਹਾਲਤ ਹੋ ਗਈ ਕਿ ਸਾਹਿਬ ਉਹਨਾਂ ਨੂੰ ਉਠਾ ਕੇ ਬਾਹਰ ਤੇ ਉਹ ਡਿੱਗ ਪੈਣ। ਆਪਣੇ ਆਪ ਹੀ। ਹਾਂ, ਹਾਂ ਫਿਰ ਬਿਠਾਣ ਤੇ ਫਿਰ ਡਿੱਗ ਪੈਣ। ਸਹੀ। ਬੜੀ ਪਰੇਸ਼ਾਨੀ ਹੋਈ। ਹਾਂ ਮੈਂ ਜਾਂਦਾ ਹੁੰਦਾ ਹਾਂ ਮਿਲਣ ਵਾਸਤੇ, ਤੇ ਹਾਂ ਮੈਨੂੰ ਕਹਿੰਦੇ ਨੇ ਸੁਨਾਬ ਦਾ ਯਾਰ ਮੈਂ ਅੱਜ ਬਹੁਤ ਪਰੇਸ਼ਾਨ ਹਾਂ, ਹਾਂ ਤੇ ਤੂੰ ਮੇਰਾ ਕੁਛ ਕਰ। ਹਾਂ ਮੈਂ ਕਿਹਾ ਅੱਛਾ ਜੀ ਮੈਂ ਕਰਾਂ। ਉਸ ਵਕਤ ਮੇਰਾ ਦਵਾਖਾਨਾ ਉਹਨੂੰ ਦਿਖ ਰਹੀ ਸਹੀ ਨਰਸੀ, ਅੱਛਾ ਬਾਪੂਲਾ ਨਰਸੀ। ਉੱਥੇ ਨਾਲ ਜਿਸ ਵਕਤ ਮੈਂ ਤਾਂ ਆ ਕੇ ਦਵਾਖਾਨਾ ਖੋਲਿਆ, ਹਾਂ ਇਸ਼ਾ ਦੀ ਨਮਾਜ਼ ਤੋਂ ਬਾਅਦ ਸਹੀ ਦਵਾਖਾਨਾ ਖੋਲ ਕੇ ਦਵਾਈ ਲੈ ਕੇ ਗਿਆ। ਦੂਸਰੇ ਦਿਨ 24 ਘੰਟੇ ਤੱਕ ਮੈਂ ਉਹ ਦਵਾਈ ਖਵਾਈ। ਸਹੀ। ਮੈਂ ਕਿਹਾ ਇਹ ਦਵਾਈ ਖਾਓ ਤੁਸੀਂ, ਕੱਲ ਫਿਰ ਦੇਖਾਂਗੇ। ਹਾਂ ਕੱਲ ਮੈਂ ਗਿਆ ਹਾਂ ਤੇ ਕਹਿਣ ਲੱਗੇ ਕੋਈ ਖਾਸਾ ਫਾਇਦਾ ਨਹੀਂ ਹੋਇਆ। ਸਹੀ। ਮੈਂ ਕਹਿੰਦੀ ਅੰਗਰੇਜ਼ੀ ਦਵਾਈਆਂ ਖਾਧੀਆਂ ਨੇ, ਹਾਂ ਉਹਨਾਂ ਦਾ ਅਸਰ ਖਤਮ ਹੋਏਗਾ ਤੇ ਫਾਇਦਾ ਹੋਏਗਾ, ਹਾਂ ਤੇ ਕੋਈ ਗੱਲ ਨਹੀਂ ਏਦਾਂ ਮਿਹਰਬਾਨੀ ਕਰੇਗਾ। ਪਹਿਲੇ ਦਿਨ ਤੁਸੀਂ ਕੋਲੋਂ ਲੈ ਕੇ ਗਏ। ਹਾਂਜੀ, ਅੱਛਾ ਫਿਰ ਆਪਣੇ ਦੁਬਾਰਾ। ਦਵਾਖਾਨੇ ਤੋਂ। ਠੀਕ ਹੈ। ਉਹ ਫਿਰ ਦੂਸਰੇ ਦਿਨ ਮੈਂ ਦਵਾਈ ਦਵਾਖਾਨਾ ਖੋਲਿਆ ਹਾਂ ਤੇ ਦਵਾਈ ਲੈ ਕੇ ਗਿਆ। ਉਹੋ ਹੀ ਦਵਾਈ। ਨਹੀਂ, ਹਾਂ ਥੋੜੀ ਜਿਹੀ ਤਬਦੀਲ ਕੀਤੀ। ਪਹਿਲੋਂ ਕੀ ਖੜਿਆ ਯਾਦ ਹੈ? ਯਾਦ ਹੈ ਕੀ ਖੜਿਆ ਪਹਿਲੋਂ? ਮੈਨੂੰ ਪਹਿਲੇ ਮੈਂ ਇਹ ਖੜਿਆ ਸੀ ਕਿ ਇਹੋ ਹੀ ਮਿੱਠਾ ਸੋਡਾ ਅੱਛਾ ਤੇ ਫਟਕਰੀ। ਅੱਲਾਹੁ ਅਕਬਰ ਇਹ ਸੁਭਾਨ ਅੱਲਾਹ। ਖੜਿਆ ਸੀ ਹਾਂਜੀ, ਤੇ ਨਾਲ ਸਫੂਫ ਕਬਰ ਨਿਸ਼ਾਨੀ। ਅੱਛਾ ਸਫੂਫੇ ਕਬਰ ਨਿਸ਼ਾਦਰੀ। ਕਬਰ ਨਿਸ਼ਾਨੀ ਠੀਕ ਹੈ। ਇਹ ਖੜਿਆ ਸੀ। ਅੱਛਾ, ਦੂਸਰੇ ਦਿਨ ਫਿਰ ਮੈਂ ਲੈ ਕੇ ਗਿਆ, ਹਾਂ ਥੋੜੀ ਜਿਹੀ ਤਬਦੀਲੀ ਕੀਤੀ, ਹਾਂ ਨਾਲ ਜਵਾਰ ਮੋਰਾ ਪਾਇਆ ਠੀਕ ਹੈ। ਤੇ ਲੈ ਗਿਆ। ਸਹੀ। ਜਾ ਕੇ ਖਵਾਇਆ। ਦੂਸਰੇ ਦਿਨ ਅੱਗੋਂ ਤੀਸਰੇ ਦਿਨ ਮੈਂ ਗਿਆ ਤੇ ਕਹਿਣ ਲੱਗਿਆ ਅੱਜ ਮੈਨੂੰ ਫਾਕਾ ਹੋ ਗਿਆ। ਰਾਤੀ ਮੈਨੂੰ ਨੀਂਦ ਵੀ ਆ ਗਈ ਹੈ, ਅਲਹਮਦੁਲਿल्लाह। ਸਕੂਨ ਲਿਆ। ਅੱਛਾ ਮੈਂ ਕਿਹਾ ਜੀ ਅੱਲਾ ਖੈਰ ਕਰੇਗਾ। ਹਾਂ तो फिर मैं 10 दिन दवाई खुआई, ਹਾਂ 11वें दिन की था फिर अपने दवाखाने चले गए। ਅੱਛਾ ਉਹ ਜਵਾਰ ਮੋਰਾ ਤੇ ਦੂਜੀ ਹਾਂ ਸਫੂਫ ਹਾਂਜੀ ਕਬਰ ਨਿਸ਼ਾਦਰੀ ਜੀ ਹਾਂ ਤੇ ਉਹ ਦੋਵੇਂ ਚੀਜ਼ਾਂ ਮਿੱਠਾ ਸੋਡਾ ਤੇ ਜੀ ਹਾਂ ਫਟਕੜੀ ਖਿਲਾਉਂਦੇ ਰਹੇ। ਜੀ ਹਾਂ। ਠੀਕ ਹੋ ਗਿਆ। ਉਹ ਫਿਰ ਹਕੀਮ ਸਾਹਿਬ 11वें दिन फिर अपने दवाखाने चले गए ਸਹੀ ਤੇ ਬੜੇ ਖੁਸ਼ ਹੋਏ। ਮਾਸ਼ਾਅੱਲਾ। ਉਸ ਤੋਂ ਬਾਅਦ ਫਿਰ ਨਿਜ਼ਾਮ ਚੱਲਦਾ ਰਿਹਾ। ਸਹੀ। ਕਈ ਦਫਾ ਐਸਾ ਹੋਇਆ ਕਿ ਮੈਂ ਮੇਰੀ ਦਵਾਈ ਦੀ ਲੋੜ ਪਈ ਹਕੀਮ ਸਾਹਿਬ ਨੂੰ, ਮੈਂ ਜਾ ਕੇ ਦਵਾਈ ਦਿੱਤੀ, ਅੱਲਾ ਨੇ ਕਰਮ ਕੀਤਾ। ਹੋਰ ਵੀ ਜੀ ਕੋ ਕਰਦੇ ਜਿਹੜੇ ਕੋਈ ਬਿਮਾਰ ਹੁੰਦੇ ਸਨ। ਇਹ ਇੱਕ ਵਾਰੀ ਤੁਸੀਂ ਦੱਸਿਆ ਸੀ ਇੱਕ ਵਾਕਿਆ ਕੋਈ, ਸ਼ਾਇਦ ਹਕੀਮ ਸਾਹਿਬ ਦਾ ਹੀ ਸੀ, ਕੋਈ ਬਿਮਾਰ ਹੋ ਗਿਆ ਤੇ ਕੀ ਉਹ ਫਿਰ ਉਹਨਾਂ ਨੇ ਕਿਹਾ ਕਿ ਸੁਨਾਓ ਅੱਜ ਮੈਂ ਤੈਨੂੰ ਮੰਨ ਗਿਆ ਭਾਈ ਤੂੰ ਵਾਕਈ ਕਾਬਲ ਆਦਮੀ। ਉਹ ਕੀ ਸੀ ਵਾਕਿਆ? ਮੈਨੂੰ ਯਾਦ ਥੋੜਾ ਉਹ ਜਿਹਾ। ਵਾਕਿਆ ਇਸ ਤਰ੍ਹਾਂ ਦਾ ਸੀ ਅੱਛਾ ਕਿ ਹਕੀਮ ਸਾਹਿਬ ਉਹਨਾਂ ਦੇ ਸਨ 3 ਬੇਟੇ, ਹਾਂ ਤੇ ਛੋਟਾ ਬੇਟਾ ਜਿਹੜਾ ਨਾ ਹਾਂ ਉਹਦੀ ਅੱਖ ਦੇ ਉੱਤੇ ਫੋੜਾ ਨਿਕਲ ਆਇਆ। ਹਾਂ 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 ਅੱਖ ਦੇ ਉੱਤੇ ਇਸ ਜਗ੍ਹਾ ਤੇ ਫੋੜਾ ਨਿਕਲ ਆਇਆ। ਸਹੀ। ਉਹਦਾ ਇਲਾਜ ਜਾਰੀ ਹੋਇਆ ਹਾਂ ਡਾਕਟਰਾਂ ਦੇ ਕੋਲੋਂ, ਅੱਛਾ ਤੇ 18 ਦਿਨ ਗੁਜ਼ਰ ਗਏ। ਅੱਛਾ 18 ਦਿਨ ਗੁਜ਼ਰ ਗਏ ਤੇ ਆਰਾਮ ਨਹੀਂ ਆ ਰਿਹਾ। ਠੀਕ ਹੈ। ਕਸ ਤੋਂ ਮਸ ਨਹੀਂ ਹੋਇਆ, ਸਹੀ। ਬਿਲਕੁਲ ਉਸੇ ਤਰ੍ਹਾਂ। ਹਾਂ 11 ਦਿਨ ਆਪਣਾ 18 ਦਿਨ ਤੋਂ ਬਾਅਦ ਤੇ ਮੈਨੂੰ ਆਦੇ ਨੇ ਤੂੰ ਵੀ ਮਰਮ ਪੱਟੀ ਦਾ ਕੰਮ ਕਰਨਾ, ਅੱਛਾ ਤੂੰ ਦੱਸ ਉਹਦੇ ਤੇ ਕੀ ਲੱਗੀ। ਅੱਛਾ ਤੇ ਇੱਕ ਵਾਰ ਕਿਤੇ ਐਸਾ ਸੀ ਕਿ ਮਰਮ ਪੱਟੀ ਤੋਂ ਮੈਨੂੰ ਗੁੱਸੇ ਹੋਏ ਸਨ। ਅੱਛਾ
ਕਿ ਤੂੰ ਮਰਮ ਪੱਟੀ ਦਾ ਕੰਮ ਨਹੀਂ ਕਰਨਾ। ਕਰ ਦਿੱਤਾ। ਅੱਛਾ ਮੈਂ ਕਿਹਾ ਜੀ ਮਰਮ ਪੱਟੀ ਦਾ ਕੰਮ ਮੈਂ ਕੀ ਕਰਨਾ, ਬਸ ਗੁਜ਼ਾਰਾ ਕਰਨਾ ਪਿਆ। ਹਾਂ ਕਾਲੀ ਮਰਮ ਬਣਾਈ ਹੈ, ਜਿਹੜਾ ਕੋਈ ਫਿੰਸੀ ਪੋੜੇ ਵਾਲਾ ਹੁੰਦਾ ਪਾਇਆ ਲਾ ਛੱਡਣਾ, ਹਾਂ ਮੈਂ ਹੋਰ ਕੀ ਕਰਨਾ। ਅੱਛਾ ਨਹੀਂ ਦੱਸਿਆ ਕਿ ਨਾਲ ਦਾ ਬਹੁਤ ਬੜਾ ਜਰਾ ਹੈ, ਅੱਛਾ ਆਪਰੇਸ਼ਨ ਕਰਨਾ ਹਾਂ ਹੈ ਗੱਲ ਸਹੀ ਸੀ, ਅੱਛਾ ਮਗਰ ਮੈਂ ਹੁਣ ਕਿਸ ਤਰ੍ਹਾਂ ਹਾਂ ਉਸਤਾਦਾਂ ਦੇ ਹੋਈ। ਸਾਹਮਣੇ ਸਹੀ ਲੋ ਜਨਾਬ ਉਹ ਇਸ ਤਰ੍ਹਾਂ ਕਰਕੇ ਨਾ ਤੇ ਵਕਤ ਗੁਜ਼ਰਦਾ ਗਿਆ। ਹਾਂ ਫਿਰ ਮੈਂ ਉਹਨਾਂ ਨੂੰ ਦਵਾਈ, ਮੈਂ ਕਿਹਾ ਮੈਂ ਦਵਾਈ ਦੱਸ ਨਾ ਹਾਂ ਉਹਦੇ ਵਾਸਤੇ, ਤੇ ਉਹ ਤੁਸੀਂ ਨਾ ਮੈਨੂੰ ਉਹਦੀ ਪੋਜੀਸ਼ਨ ਸਮਝਾ ਦਿਓ। ਸਹੀ ਕਹਿਣ ਲੱਗੇ ਕੀ ਮਤਲਬ? ਮੈਂ ਕਿਹਾ ਪੋਜੀਸ਼ਨ ਇਹ ਕਿ ਉਹ ਸੁਰਖ ਹੈ ਸਫੈਦ, ਹਾਂ ਸਖਤ ਹੈ ਜਾਂ ਨਰਮ ਹੈ। ਠੀਕ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਸੁਰਖੀ ਮਾਇਲ ਹੈ ਸੁਰਖੀ ਮਾਇਲ ਹੈ ਤੇ ਸਖਤ ਵੀ ਹੈ ਸਖਤ ਹੈ। ਹਾਂ ਉਹਨਾਂ ਮੈਨੂੰ ਦੱਸਿਆ। ਠੀਕ ਮੈਂ ਹੈ ਕਿਹਾ ਅੱਛਾ ਲੋ ਫਿਰ ਨੁਸਖਾ ਲਿਖੋ, ਹਾਂ ਇਹਦੇ ਉੱਤੇ ਨਾ ਤੁਸੀਂ ਸਰਸੋਂ ਦੀ ਖਲ ਲਗਾਓ। ਸਹੀ ਇੰਨੀ ਕੁ ਸਰਸੋਂ ਦੀ ਖਲ ਖਲ ਲਓ, ਲੈ ਕੇ ਉਹਨੂੰ ਘੋਟ ਲਓ ਰਗੜੋ, ਹਾਂ ਉਹਦੇ ਵਿੱਚ ਪਾਣੀ ਮਿਲਾ ਕੇ ਉਹਦੀ ਲੇਵੀ ਲੇਵੀ ਬਣਾਓ। ਬਣਾ ਲਓ ਇੰਨੀ ਕੁ ਟਾਕੀ ਕੱਟ ਕੇ ਨਾ ਠੀਕ ਹੈ ਉਹਦੇ ਉੱਤੇ ਐਂ ਲਾ ਕੇ ਹਾਂ ਐਂ ਉੱਤੇ ਲਾ ਛੱਡੋ। ਲਗਾ ਦਿਓ ਬਸ 24 ਘੰਟਿਆਂ ਚ ਇੱਕ ਹੀ ਬਦਲ ਸਹੀ ਤੇ 3 ਦਿਨ ਲਾਓ ਤੁਸੀਂ, ਇਨਸ਼ਾਅੱਲਾ ਆਰਾਮ ਠੀਕ ਹੋ ਹੋ ਜਾਏਗਾ। ਜਾਏਗਾ ਮਾਸ਼ਾਅੱਲਾ। ਉਹ ਜਨਾਬ 3 ਦਿਨ ਲਾਈ, ਉਹਨੇ ਹਾਂ ਚੌਥੇ ਦਿਨ ਮੈਂ ਗਿਆ ਹਾਂ ਜਾ ਕੇ ਮੈਂ ਦੇਖਿਆ ਤਾਂ ਬੱਚਾ ਬੈਂਚ ਤੇ ਬੈਠਾ ਹੈ, ਇਸ ਤਰ੍ਹਾਂ ਅੱਛਾ ਬੱਚੇ ਨਾ ਬੈਂਚ ਤੇ ਹਾਂ ਬੈਠਾ ਆ। ਹਾਂ ਤੇ ਮੈਂ ਕਿਹਾ ਵੇਖਣਾ ਮੈਂ ਕਿ ਕਿਹੜੀ ਅੱਖ ਤੇ ਹਾਂ ਅੱਛਾ ਸਾਰਾ ਦਿਨਾਂ ਚ ਫਰਕ ਨਹੀਂ ਪਿਆ ਸਹੀ ਹੈ ਨੀ। ਤੇ ਮੈਂ ਚੌਥੇ ਦਿਨ ਜਾ ਕੇ 3 ਦਿਨ ਇਲਾਜ ਕਰਕੇ ਚੌਥੇ ਦਿਨ ਜਾ ਵੇਖਣਾ ਵੀ ਕਿਹੜੀ ਅੱਖ ਤੇ ਸੀ। ਹਾਂ ਅੱਖਾਂ ਦੋਵੇਂ ਖੋਲੀਆਂ ਨੇ, ਮਾਸ਼ਾਅੱਲਾ ਇਹ ਕਿਹੜੀ ਅੱਖ ਨੇ ਸੀ ਫੋੜਾ। ਇਹਨਾਂ ਦਾ ਪਤਾ ਲੱਗਾ ਹਾਂ ਇਹਨਾਂ ਦਾ ਸਹੀ ਹੋ ਪਤਾ ਗਿਆ ਲੱਗੇ ਇਸ ਤਰ੍ਹਾਂ ਦਾ ਅੱਲਾ ਹੋ ਸਹੀ ਗਿਆ। ਕਰ ਠੀਕ ਤੇ ਉਸਤਾਦ ਖੁਸ਼ ਹੋ ਰਹੇ ਨੇ, ਮੁਸਕਰਾ ਰਹੇ ਨੇ, ਹੈਨੀ ਬੜੇ ਖੁਸ਼ ਹੋ ਰਹੇ ਨੇ। ਉਹਨਾਂ ਦੇ ਖੁਸ਼ ਹੋਣ ਦੀ ਨਿਸ਼ਾਨੀ ਇਹ ਹੁੰਦੀ ਸੀ ਕਹਿ ਕਰਕੇ ਪੈਰ ਚੁੱਕ ਕੇ ਕੁਰਸੀ ਤੇ ਰੱਖ ਲੈਂਦੇ ਸਨ। ਸਹੀ ਹੈਨੀ ਮਾਸ਼ਾਅੱਲਾ ਖੁਸ਼ ਹੋ ਰਹੇ ਸਨ ਤੇ ਖੁਸ਼ੀ ਦੇ ਨਾਲ ਮੈਨੂੰ ਕਹਿੰਦੇ ਨੇ ਨਾਲ ਦਾ ਤੈਨੂੰ ਮੁਬਾਰਕ ਹੋਵੇ। ਹਾਂ ਮੈਂ ਕਿਹਾ ਜੀ ਖੈਰ ਮੁਬਾਰਕ ਕਾਹਦੀ ਜੀ? ਹਾਂ ਕਹਿੰਦੇ ਨੇ ਤੂੰ 3 ਦਿਨ ਆਖਿਆ ਸੀ, 3ਵੇਂ ਦਿਨ ਹੀ ਲਾਇਆ, ਸਹੀ ਅੱਜ ਚੌਥੇ ਦਿਨ ਨਹੀਂ ਲਾਇਆ ਸਹੀ ਤੇ ਬਿਲਕੁਲ ਨਿਸ਼ਾਨ ਵੀ ਖਤਮ ਹੋ ਗਿਆ। ਮਾਸ਼ਾਅੱਲਾ ਹਾਂਜੀ ਮੈਂ ਇਹ ਉਹਨਾਂ ਡਾਕਟਰਾਂ ਕੋਲ ਗਿਆ ਵਾ ਵੀ ਹਾਂ ਤੁਸੀਂ ਕੀ ਇਲਾਜ ਕਰਦੇ ਹੋ। ਮੇਰੇ ਸ਼ਾਗਿਰਦ ਨੇ ਉੱਤੇ ਲਾਉਣ ਵਾਸਤੇ ਦਵਾਈ ਦੱਸੀ, 3 ਦਿਨ ਲਾਈਏ ਤੇ ਬਿਲਕੁਲ ਜ਼ਖਮ ਥੋੜਾ ਖਤਮ ਹੋ ਗਿਆ, ਨਿਸ਼ਾਨ ਵੀ ਬਾਕੀ ਨਹੀਂ ਰਿਹਾ। ਸਹੀ ਹਾਂਜੀ ਤੇ ਤੁਸੀਂ ਆਂਦੇ ਸੋ ਹੁਣ ਗਰਮ ਪਾਣੀ ਵਿੱਚ ਪੋਰ ਕਰੋ ਹਾਂ ਤੇ ਫਿਰ ਆਪਰੇਸ਼ਨ ਕਰਨਾ। ਹਾਂਜੀ ਤੇ ਇਹਨਾਂ ਕੋਈ ਕਾਬਲ ਮੇਰਾ ਸ਼ਾਗਿਰਦ ਮੁੰਡੇ ਨੂੰ ਆਂਦੇ ਨੇ ਹਾਂ ਤੁਸੀਂ ਲਿਆ ਹਾਂ ਇੱਥੇ ਮੇਰੇ ਨਾਲ ਦਾ ਹਾਂ ਨਾਲ ਅੱਜ ਮੇਰੇ ਨਾਲ ਬਰਾਬਰ ਹੋਵੇ। ਮਾਸ਼ਾਅੱਲਾ ਹਾਂਜੀ ਸਹੀ ਇੱਜ਼ਤ ਬਰਾਬਰ ਹੋਵੇ। ਇੱਜ਼ਤ ਅਫਜ਼ਾਈ ਹੌਸਲਾ ਅਫਜ਼ਾਈ की ਫਿਰ ਮੁੰਡੇ ਨੂੰ ਆਂਦੇ ਨੇ ਜਾ ਮਠਿਆਈ ਤੇ ਆ ਮੈਂ ਖਵਾ। हाँ ਫਿਰ ਹੋ ਗਿਆ ਉਹਨੇ ਰਸਗੁੱਲੇ ਖਾਏ ਲਿਆ। माशाअल्लाह ਉਹ ਮੈਨੂੰ ਆਪਣੇ ਹੱਥ ਨਾਲ ਫੜ ਕੇ ਖਵਾਉਣ ਲੱਗੇ हाँ ਤੇ ਮੈਂ ਕਿਹਾ ਜੀ ਫਿਰ ਮੈਂ ਆਪ ਹੀ ਖਾ ਲੈਣਾ, हाँ ਤੁਸੀਂ ਨਾ ਨਹੀਂ ਖੇਚਲ ਕਰੋ, हाँ ਇਹਨੇ ਮੈਂ ਖਵਾਣੇ ਨੇ। सही ਇਹਨੇ ਯਾਨੀ ਕਿ ਖੁਸ਼ हाँ मोहब्बत ਹਾਂ ਕਹਿਣ शफकत ਲੱਗੇ ਕਿ ਮੈਂ पुराने ਖਵਾਣੇ- लोग ਮੈਂ ਖਵਾਣੇ ਨੇ। कदरदान सन ਹਾਂ ਮੈਂ ਖਵਾਣੇ ਨੇ। ਉਹਨਾਂ ਫਿਰ ਮੈਨੂੰ ਰਸਗੁੱਲੇ ਖਵਾਏ ਤੇ अल्लाह ਖੁਸ਼ ਹੋਏ ਤੇ ਮੁਬਾਰਕ ਦਿੱਤੀ हाँ, ਤੇ ਬੜੀ ਖੁਸ਼ੀ ਨਾਲ ਮੈਨੂੰ ਕਹਿੰਦੇ ਨੇ ਕਿ ਜਨਾਬ ਦਾ ਅੱਜ ਮੈਂ ਤੈਨੂੰ ਮੰਨ ਗਿਆ, ਤੂੰ ਵਾਕਈ ਮੇਰੇ ਨਾਲ ਬਰਾਬਰ ਹੈ, सही ਕਮੀ ਕੋਈ ਨਹੀਂ ਹੈ। माशाअल्लाह ਹਾਂ ਤੋ ਐਸਾ ਨਹੀਂ ਉਹ ਇੱਕ ਵਾਰੀ ਤੁਸੀਂ ਸੁਣਾਇਆ ਸੀ ਕਿ ਇੱਥੇ ਮਹੱਲੇ ਦੀ ਹੋਰ ਸ਼ੂਗਰ ਦਾ ਜਿਹਨੂੰ ਉਹਨਾਂ ਕਿਹਾ ਅੰਗੂਠਾ ਤੇਰਾ ਕੱਟ ਦੇਣਾ ਹੈ, ਆਹੋ ਉਹ ਸ਼ੂਗਰ ਵਾਲੀ ਮਰੀਜ਼ ਆ, ਉਹਦਾ ਵੀ ਜ਼ਰਾ ਸੁਣਾ ਦਿਓ ਕਿੱਸਾ, ਹਾਂਜੀ ਲੋਕਾਂ ਨੂੰ ਵੀ ਫਾਇਦਾ ਹੋ ਜਾਏਗਾ, ਹਾਂ ਨਾਲੇ ਨੁਸਖਾ ਵੀ ਉਹਨਾਂ ਦੇ ਹੱਥ ਆ ਜਾਏਗਾ ਹਾਂ ਜੀ। सुनाए ना हाँ जी क्या? हाँ ठीक है करिए शुरू अच्छा। बारह हो जाए ना कोई नहीं गल ਵਾਹ ਜੀ ਵਾਹ ਅੱਲਾ ਦੀ ਕੁਦਰਤ ਹੈ ਕਿ ਰਾਤ ਤਾਲਾ ਜਿਹਨੂੰ ਕੋਈ ना ਸਮਝ इज्जत ਦੇ देवे ਹਾਂਜੀ। अल्लाह जिसे ਹਾਂ ਉਹ ਮੇਰੇ ਪੜ੍ਹਨ ਦੇ ਦੌਰਾਨ ਹੀ ਹਾਂ। ਜਦੋਂ ਸਾਡੇ ਇਮਤਿਹਾਨ ਹੋ ਰਿਹਾ ਸਨ ਨਾ जी जी ਉਦੋਂ ਹੀ ਦੇਖ ਕੇ ਮੇਰੇ ਵੱਲੋਂ ਤੇ ਮੈਨੂੰ ਹਕੀਮਾਂ ਦਾ ਸਦਰ ਮੁਕਰਰ ਕੀਤਾ ਗਿਆ। अच्छा ਹਾਂਜੀ ਕਿ ਇਹ ਹਕੀਮਾਂ ਦੀ ਇੱਕ ਕਲਾਸ ਲੱਗਦੀ ਸੀ, ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਇਹਨਾਂ ਦਾ ਇਮਤਿਹਾਨ ਹੋਣਾ ਤੇ ਇਮਤਿਹਾਨ ਦੀ ਤਿਆਰੀ ਕਰਾਓ। सही ਉਸ ਕਲਾਸ ਦਾ ਇੰਚਾਰਜ ਮੈਨੂੰ ਬਣਾਇਆ ਸਨ अच्छा माशाअल्लाह ਕਿ ਇਹ ਬੱਚਾ ਜਿਹੜਾ ਨਾ ਇਹ ਪੜਾਏਗਾ ਹਕੀਮਾਂ ਨੂੰ। सही ਮੈਂ ਫਿਰ ਹਕੀਮਾਂ ਨੂੰ ਪੜਾਉਂਦਾ ਹੁੰਦਾ ਹਾਂ। अच्छा ਕਿਤਾਬਾਂ ਪੜਾਉਣੀਆਂ ਮਸਲੇ ਮਸਾਇਲ ਜਿਹੜੇ ਕੀ ਹਕਮਤ ਦੇ ਸਨ वो दसने करने सही ਉਹ ਮੈਂ ਹਕੀਮਾਂ ਨੂੰ ਯਾਦ ਕਰਾਣੇ। सही ਹਾਂਜੀ ਤੇ ਉਹ ਇਸ ਤਰ੍ਹਾਂ ਕਰਕੇ ਤੇ ਬਾਬਾ ਜੀ ਯਾਨੀ ਕਿ ਮੇਰੀ अल्लाह ने इज्जत दी ਬਣਾਈ। माशाअल्लाह ਹਾਂ ਉਹ ਬੀਬੀ ਦਾ ਮੈਂ ਪੁੱਛਦਾ ਸਾਂ ਕਿ ਉਹ ਜਿਹੜੀ ਸ਼ੂਗਰ ਵਾਲੀ ਆਈ ਤੁਹਾਡੇ ਕੋਲ, ਉਹ ਡਾਕਟਰਾਂ ਨੇ ਉਹਨੂੰ ਕਿਹਾ ਤੇਰਾ ਅੰਗੂਠਾ ਕੱਟ ਦੇਣਾ ਹੈ, ਇੱਥੋਂ ਦੀ ਸੀ ਮਹੱਲੇ ਦੀ, ਮੈਨੂੰ ਯਾਦ ਤੇ ਯਾਦ ਆ ਗਿਆ। ਯਾਦ ਤੇ ਉਹ ਫਿਰ ਤੁਸੀਂ ਉਹ ਤੁਹਾਡੇ ਕੋਲ ਆਈ, ਤੁਸੀਂ ਉਹਨੂੰ ਪੱਟੀ ਕੀਤੀ, ਉਹਨੇ ਔਰਤ ਨੇ ਕਿਹਾ ਕਿ ਮੈਂ ਡਾਕਟਰ ਨੂੰ, ਉਹਨਾਂ ਕਿਹਾ ਉਹ ਔਰਤ ਬੜੀ ਸਮਝਦਾਰ ਸੀ, ਉਹਨਾਂ ਕਿਹਾ ਤੇਰਾ ਅੰਗੂਠਾ ਕੱਟਣਾ ਪੈਣਾ ਹੈ, ਉਹਨੇ ਕਿਹਾ ਤੇਰੇ ਤੁਹਾਡੇ ਕੋਲ ਇੰਨਾ ਕੁ ਜ਼ਖਮ ਤੇ ਠੀਕ ਨਹੀਂ ਹੋਇਆ, ਆਂਦੇ ਪਏ ਉਂਗਲੀ ਕੱਟ ਦੇਣੀ ਹੈ, ਤੇ ਜਦੋਂ ਪੂਰਾ ਅੰਗੂਠਾ ਕੱਟ ਦਿਓਗੇ ਪੈਰ ਦਾ ਅੰਗੂਠਾ ਹਾਂ
ਤੇ ਉਹ ਕਿਵੇਂ ਜ਼ਖਮ ਠੀਕ ਹੋਏਗਾ? ਪੈਰ ਦਾ ਅੰਗੂਠਾ ਸੀ, ਹਾਂ। ਉਹਨੂੰ ਗੱਡੀ ਤੋਂ ਉਤਰਨ ਲੱਗੀ ਹੈ ਤੇ ਸਿਲੰਡਰ ਲੱਗਾ ਸਹੀ ਇਸ ਜਗ੍ਹਾ ਦੇ ਉੱਤੇ। ਦੌੜ ਕੇ ਗਏ ਨੇ, ਭੱਜੇ ਭੱਜੇ ਜਾ ਕੇ ਡਾਕਟਰ ਨੂੰ ਵਿਖਾਇਆ। ਸਹੀ ਡਾਕਟਰ ਕੋਲ 4-5 ਦਿਨ ਇਲਾਜ ਕਰਾਇਆ, ਫਿਰ ਹਾਂ। ਹੋਰ ਡਾਕਟਰ ਕੋਲ ਚਲੇ ਗਏ, ਫਿਰ ਹਾਂ। ਹੋਰ ਡਾਕਟਰ ਕੋਲ ਚਲੇ ਗਏ। ਸਹੀ ਇਸ ਤਰ੍ਹਾਂ ਫਿਰ ਉਹਨਾਂ ਨੇ ਸੋਸ਼ਲ ਸਪੋਰਟ ਹਸਪਤਾਲ ਜਿਹੜਾ ਉੱਥੇ ਦਾਖਲ ਕਰਾ ਦਿੱਤੀ। ਅੱਛਾ ਉੱਥੇ ਦਾਖਲ ਕਰਾਈ, ਇਲਾਜ ਹੁੰਦਾ ਰਿਹਾ, ਹਾਂ। ਮਗਰ ਕੋਈ ਫਾਇਦਾ ਨਹੀਂ ਹੋਇਆ। ਸਹੀ ਅਖੀਰ ਡਾਕਟਰਾਂ ਨੇ ਬਹਿ ਕੇ ਮਸ਼ਵਰਾ ਕੀਤਾ ਕਿ ਇਹਦਾ ਅੰਗੂਠਾ ਕੱਟ ਦਿਓ। ਹਾਂ ਹਾਂਜੀ। ਠੀਕ ਉਹ ਹੈ ਕਹਿਣ ਲੱਗੇ ਕਿ ਇਹ ਬੀਬੀ ਦਾ ਅੰਗੂਠਾ ਕੱਟਣਾ ਪਏਗਾ, ਸਹੀ ਇਹਨੂੰ ਆਰਾਮ ਨਹੀਂ ਆਉਣਾ। ਠੀਕ ਹੈ ਉਹ ਬੀਬੀ ਅੱਗੋਂ ਕਹਿਣ ਲੱਗੀ ਮੈਂ ਨਹੀਂ ਅੰਗੂਠਾ ਹਾਂ ਕਟਾਣਾ। ਸਹੀ ਉਹ ਡਾਕਟਰ ਕਹਿੰਦੇ ਕਿਉਂ ਬੀਬੀ, ਇਹ ਫਿਰ ਬਹੁਤਾ ਕੰਮ ਖਰਾਬ ਹੋ ਜਾਏਗਾ, ਫਿਰ ਪੈਰ ਤੇ ਚਲਾ ਜਾਏਗਾ, ਫਿਰ ਪੈਰ ਕੱਟਣਾ ਪਏਗਾ, ਫਿਰ ਹਾਂ। ਲੱਤ ਕੱਟਣੀ ਪਏਗੀ। ਹਾਂ ਉਹ ਕਹਿਣ ਲੱਗੀ ਜੋ ਮਰਜ਼ੀ ਕਰਨਾ ਪਵੇ, ਹਾਂ। ਪਰ ਮੈਂ ਅੰਗੂਠਾ ਕਟਾਣਾ ਨਹੀਂ। ਸਹੀ ਕਿਉਂ? ਹਾਂ ਡਾਕਟਰ ਮੈਂ ਆਵਾਂ ਕਿ ਤੂੰ ਮੈਂ? ਹਾਂ ਉਹ ਡਾਕਟਰ ਅੱਗੋਂ ਕਹਿੰਦਾ। ਅੱਛਾ ਉਹ ਕਹਿੰਦੀ ਹੈ ਡਾਕਟਰ ਤੂੰ ਮੈਂ, ਹਾਂ ਮਗਰ ਮੈਨੂੰ ਇੱਕ ਗੱਲ ਦੱਸ ਹਾਂ ਕਿ ਜ਼ਰਾ ਕੋ ਜ਼ਖਮ ਫਿਰ ਉਹਦੇ ਤੇ ਤੁਹਾਡੇ ਕੋਲੋਂ ਕੰਟਰੋਲ ਨਹੀਂ ਹੋਇਆ, ਹਾਂ ਤੇ ਅੰਗੂਠਾ ਕੱਟ ਕੇ ਏਡਾ ਵੱਡਾ ਜ਼ਖਮ ਕਰਕੇ ਕਿਵੇਂ ਕੰਟਰੋਲ ਕਰੋਗੇ? ਹਾਂ ਇਹ ਮੈਨੂੰ ਸਮਝਾ। ਉਹ ਚੁੱਪ ਕਰ ਗਿਆ। ਉਹ ਕਹਿਣ ਲੱਗਾ ਬੀਬੀ ਸਾਡੇ ਵੱਸੋਂ ਬਾਹਰ। ਹਾਂ ਉਹ ਫਿਰ ਇੱਥੇ ਆ ਗਈ ਘਰ। ਹਾਂ ਘਰ ਆ ਕੇ ਉਹਨਾਂ ਨੇ ਮੈਨੂੰ ਬੁਲਾਇਆ, ਬਾਬਾ ਫਿਰ ਤਕਰੀਬਨ ਮਹੀਨੇ 1.5 ਮਹੀਨੇ ਬਾਅਦ ਅੱਛਾ ਮੈਨੂੰ ਬੁਲਾਇਆ, ਕਹਿਣ ਲੱਗੇ ਕਿ ਸਾਹਿਬ ਘਰ ਹੀ ਬੁਲਾਇਆ। ਉਹ ਚੱਲਣਾ ਕੋਈ ਨਹੀਂ ਸੀ, ਚੱਲਣਾ ਫਿਰਨਾ ਮੁਸ਼ਕਲ ਸੀ ਉਹਦੇ ਵਾਸਤੇ। ਆ ਵੇਖੋ ਕੀ ਬਣਿਆ ਤੇ ਇਹਦਾ ਹੁਣ ਕੀ ਹੋ ਸਕਦਾ ਹੈ। ਹਾਂ ਮੈਂ ਕਿਹਾ ਅੱਛਾ ਯਾਰ ਕੋਈ ਨਹੀਂ ਗੱਲ ਕਰ ਰਹੇ ਆ, ਅੱਲਾ ਮਿਹਰਬਾਨੀ ਕਰੇਗਾ। ਮੈਂ ਫਿਰ ਉਸ ਨੂੰ ਨਾ ਦਵਾਈ ਲਗਾਈ, ਹਾਂ ਮਰਮ ਲਗਾਈ, ਅੱਛਾ ਕਾਲੀ ਮਰਮ ਦਾ ਫਾਇਆ ਬਣਾ ਕੇ ਲਾਇਆ। ਅੱਛਾ ਹਾਂਜੀ। ਤੇ ਉਹਦੇ ਥੱਲੇ ਪਾਊਡਰ ਲਾਇਆ। ਅੱਛਾ ਪਾਊਡਰ ਕਾਹਦਾ ਲਾਇਆ? ਚੀਨੀ ਪੀਸ ਕੇ। ਇਹ ਵੀ ਬਹੁਤ ਬੜਾ ਰਾਜ਼ ਹੈ। ਚੀਨੀ ਹਾਂ ਪੀਸ ਕੇ, ਚੀਨੀ ਪੀਸ ਕੇ ਚੀਨੀ ਪੀਸ ਕੇ ਲਾਇਆ। ਮੈਂ ਕਿਹਾ ਇੰਨੀ ਕੋਈ ਜਗ੍ਹਾ ਦੀ ਤੇ ਸ਼ੂਗਰ ਸ਼ੂਗਰ ਕੰਟਰੋਲ ਹੋ ਜਾਏਗੀ। ਹਾਂਜੀ। ਹਾਂ ਬਾਕੀ ਫਿਰ ਵੇਖੀ ਜਾਏ। ਉੱਤੇ ਮਰਮ ਕਾਲੀ ਲਾਈ ਨਾ, ਉੱਤੇ ਮਰਮ ਮੁਸੱਬਰ ਵਾਲੀ। ਹਾਂ ਕੀ ਕਿਸੇ ਉਹਦੇ ਚ ਰਾਲ ਤੇ ਮੁਸੱਬਰ ਨਹੀਂ, ਮਿੱਠਾ ਮੁਸੱਬਰ ਨਹੀਂ, ਮੁਸੱਬਰ ਸੰਦੂਰ 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 ਤੇ ਰਾਲ ਰਾਲ ਤੇ ਮਿੱਠਾ ਤੇਲ। ਮਿੱਠਾ ਤੇਲ, ਤਿੰਨ ਚੀਜ਼ਾਂ। ਬਸ ਸਹੀ। ਉਹ ਜਿਹੜਾ ਗਰਮ ਕਰਕੇ ਹਲਕਾ ਜਿਹਾ ਤੇਲ ਯਾ। ਬਣਾ ਲਓ। ਠੀਕ ਹੈ। ਉਹ ਨਾਲ ਦੀ ਸੁੱਟ ਮੈਂ ਲਾਈ, ਹਾਂ 2 ਦਿਨ ਲਾਈ, ਹਾਂ ਤੇ ਤੀਸਰੇ ਦਿਨ ਉਹ ਬੀਬੀ ਕਹਿੰਦੀ ਹੈ ਕਿ ਮੈਨੂੰ ਉਮੀਦ ਲੱਗ ਗਈ ਹੈ ਕਿ ਠੀਕ ਹੋ ਜਾਏਗਾ। ਹਾਂਜੀ। ਉਹ ਫਿਰ ਹੌਲੀ ਹੌਲੀ ਮੈਂ ਇੱਕ ਨਾਲ ਤੇਲ ਬਣਾਇਆ ਹੁੰਦਾ। ਹਾਂਜੀ। ਉਹਦੇ ਵਿੱਚ ਮੈਂ ਪਾਉਂਦਾ ਹੁੰਦਾ ਰਾਲ। ਰਾਲ ਹਾਂ ਜੀ। ਮੋਮ, ਮੋਮ, ਰਤਨ ਜੋਤ। ਰਤਨ ਜੋਤ। ਹਾਂਜੀ। ਤੇ ਇਹ ਚੀਜ਼ਾਂ ਪਾ ਕੇ ਨਾ ਤੇ ਮੈਂ ਤੇਲ ਬਣਾਉਂਦਾ ਹੁੰਦਾ। ਇਹਦੇ ਵਿੱਚ ਕਿੰਨੀ ਕਿੰਨੀ ਮਿਕਦਾਰ ਇਹਨਾਂ ਦੀ? ਤੇਲ ਕਿੰਨਾ ਮਿਕਦਾਰ ਅੰਦਾਜ਼ਾ? ਦੱਸਾਂਗਾ। ਜੀ ਅੰਦਾਜ਼ਾ ਜਿਹੜਾ ਹੈ ਨਾ ਉਹ ਬਸ ਇੰਨਾ ਹੀ ਹੈ ਕਿ ਤੇਲ ਦੇ ਵਿੱਚ ਇੱਕ ਸਟਾਕੀ ਤੇਲ ਹੋਵੇ। ਠੀਕ ਹੈ। ਹਾਂਜੀ। ਤੇ ਉਹਦੇ ਵਿੱਚ 10 ਗ੍ਰਾਮ ਮੋਮ ਮੋਮ ਤੇ 10 ਗ੍ਰਾਮ ਰਾਲ ਠੀਕ ਹੈ। ਤੇ ਵਿੱਚ ਸੰਦੂਰ ਸੰਦੂਰ 10 ਗ੍ਰਾਮ। 10 ਗ੍ਰਾਮ ਠੀਕ ਹੈ। ਹਾਂਜੀ। ਉਹ ਸੰਦੂਰ ਦਾ ਜਿਹੜਾ ਰੰਗ ਹੈ ਨਾ ਹਾਂ ਉਹ ਵਿੱਚ ਕਾਲਾ ਆ ਹੋ ਜਾਏ। ਜਾਏਗਾ, ਹਾਂ ਤੇ ਬਾਕੀ ਉਹ ਕਾਲੀ ਜੀ ਲਾਲ ਦੀ ਮਰਮ ਬਣ ਜਾਏਗੀ ਠੀਕ ਹੈ। ਤੇਲ ਨਮਾ। ਇਹ ਵਾਲੀ ਸਹੀ ਹੈ। ਇਹ ਤੇ ਲਾ ਕੇ ਹਾਂ ਤੇ ਮੈਂ ਉੱਤੇ ਪੱਟੀ ਕਰ ਚੀਨੀ ਲਾ ਕੇ ਥੋੜੀ ਜਿਹੀ ਦਰਮਿਆਨ ਵਿੱਚ। ਇਸ ਤਰ੍ਹਾਂ ਹੀ ਕਰਕੇ ਨਾ ਸਹੀ ਮੈਂ ਕਰਦਾ ਰਿਹਾ ਤੇ ਅੱਲਾ ਨੇ ਸ਼ਫਾ ਦੇਤੀ। ਸ਼ਫਾ ਦੇ ਦਿੱਤੀ। ਅਲਹਮਦੁਲਿਲਾ। ਹਾਂਜੀ। ਹਾਂ ਬੀਬੀ ਬੜੀ ਖੁਸ਼ ਹੋਈ ਫਿਰ। ਬੜੀ ਖੁਸ਼ ਹੋਈ ਕਿ ਹਾਂਜੀ। ਉਹ ਕਹਿਣ ਲੱਗੀ ਕਿ ਸਾਰਿਆਂ ਕੋਲ ਮੈਨੂੰ ਜਵਾਬ ਮਿਲ ਗਿਆ, ਮਗਰ ਹਕੀਮ ਸਲਾਮ ਦਾ ਇੱਕ ਐਸਾ ਸ਼ਖਸ ਹੈ ਜਿਹਦੇ ਕੋਲ ਮੈਨੂੰ ਅੱਲਾ ਨੇ ਆਰਾਮ ਦੇ ਦਿੱਤਾ। ਅਲਹਮਦੁਲਿਲਾ। ਇੱਕ ਤੁਸੀਂ ਦੱਸਿਆ ਸੀ ਕਿ ਬੜਾ ਅੱਛਾ ਮੁਜਰਬ ਨੁਸਖਾ ਕਿ ਜਿਹੜਾ ਅੱਜ ਕੱਲ ਹੈਜ਼ੇ ਵਗੈਰੇ ਦਾ ਮੌਸਮ ਵੀ ਆ ਰਿਹਾ ਖਾਸ ਕਰ, ਹਾਂਜੀ। ਤੇ ਉਹਦੇ ਵਾਸਤੇ ਤੁਹਾਡਾ ਬੜਾ ਮੁਜਰਬ, ਬਲਕਿ ਲੋਕੀ ਤੁਹਾਡੇ ਕੋਲ ਬੜੀ ਦੂਰੋਂ ਦੂਰੋਂ ਆ ਜਾਂਦੇ ਸਨ। ਹਾਂ। ਔਰ ਉਹ ਵੀ ਮੈਨੂੰ ਆ ਕੇ ਚਲੋ ਕਹਿੰਦੇ ਸਨ ਹਕੀਮਾਂ ਨੂੰ ਫਾਇਦਾ ਹੋ ਕਿ ਜਾਏਗਾ। ਇਸ ਤਰ੍ਹਾਂ ਦੀ ਜਿਹੜੀ ਦੁਆ ਹੈ ਨਾ ਹਾਂ ਉਹਦੀਆਂ 2 ਕੁੜੀਆਂ ਦੇ ਦਿਓ। ਹਾਂਜੀ। ਉਹ ਇਹ ਜੇ ਮਾਸ਼ਾ ਸਾਹਿਬ ਜੀ ਅਜਵੈਨ ਖੁਰਾਸਾਨੀ, ਜੀ ਉਹਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ, ਠੀਕ ਹੈ। ਦਾਣੇ ਨਿਰੇ ਰਹਿ ਜਾਣ। ਸਹੀ ਹਾਂਜੀ। ਇਹ ਵੀ ਮੇਰੇ ਤਜਰਬੇ ਚ ਆਈ ਗੱਲ। ਸਹੀ ਅਜਵੈਨ ਖੁਰਾਸਾਨੀ ਉਹਨੂੰ ਸਾਫ਼ ਕਰਕੇ ਛੱਡ ਕੇ ਸਾਫ਼ ਕਰਕੇ ਤੇ ਉਸ ਨੂੰ ਕੁੱਜੇ ਚ ਬੰਦ ਕਰਕੇ ਜੀ ਅੱਗ ਤੇ ਰੱਖ ਕੇ ਉਹਨੂੰ ਸਾੜ ਲਓ। ਸਾੜ ਲਓ, ਹਾਂਜੀ। ਲੇਕਿਨ ਪੂਰਾ ਨਹੀਂ ਸਾੜਨਾ। ਤੁਹਾਨੂੰ ਦੱਸਿਆ ਸੀ ਥੋੜਾ ਜਿਹਾ ਨਹੀਂ ਸਾੜ ਲਓ, ਕਾਲੀ ਹੋ ਜਾਏ। ਕਾਲੀ ਹੋ ਜਾਏ। ਅੱਛਾ ਚਿੱਟੀ ਨਾ ਹੋਵੇ। ਚਿੱਟੀ ਨਾ ਹੋਵੇ। ਹਾਂ ਇੰਨੀ ਕੁ ਸਾੜ ਕੇ ਸਾੜਨੀ ਨਾ ਹੈ। ਜੀ ਉਸਨੂੰ, ਜੀ ਸਾੜ ਕੇ ਉਸਨੂੰ ਤੇ ਫਿਰ ਉਹਨੂੰ ਠੰਡਾ ਕਰ ਲਓ। ਠੀਕ। ਠੰਡਾ ਕਰਕੇ ਤੇ ਉਸਨੂੰ ਡੱਬੇ ਚੋਂ ਕੱਢ ਕੇ ਤੇ ਜੇ ਸਾਬਤ ਰੱਖਣੀ ਹੈ ਤਾਂ ਵੀ ਜੇ ਮਸ਼ੀਨ ਗ੍ਰੈਂਡਰ ਦੇ ਪੀਸ ਲਓ। ਚੱਕਰ ਲਵਾਉਣਾ ਤੇ ਫਿਰ ਵੀ ਸਹੀ ਉਹਦੇ ਬੀਜ ਹੀ ਖਤਮ ਹੋ ਜਾਣ, ਠੀਕ ਤਾਂ ਕਿ ਹੈ। ਪਤਾ ਨਾ ਲੱਗੇ ਕੀ ਹੈ। ਸਹੀ ਹੈ। ਹਾਂਜੀ। ਠੀਕ ਹੈ। ਤੇ ਉਹਦੀ
1-2 ਗ੍ਰਾਮ ਦੀ ਖੁਰਾਕ ਦੇ ਦਿਓ ਤੇ ਅਲਹਮਦੁਲਿਲਾ ਉਦੋਂ ਹੀ ਠੀਕ ਗਲੇ ਹੈ। ਤੋਂ ਥੱਲੇ ਉਤਰ ਜਾਏ ਤੇ ਪਖੰਡ ਰੁਕ ਜਾਂਦੇ, ਸੁਭਾਨ ਅੱਲਾਹ, ਉਲਟੀਆਂ ਵੀ ਰੁਕ ਜਾਂਦੀਆਂ। ਮਾਸ਼ਾਅੱਲਾ, ਬਿਹਤਰੀਨ ਚੀਜ਼ ਹੈ, ਹੋਰ ਕੋਈ ਇਹਦੇ ਆਸਾਨ ਤੇ ਮੁਕਾਬਲੇ ਬੇਜ਼ਰਰ ਹਾਂ, ਤੇ ਮੁਫਤ ਦੀ। ਹੋਰ ਹਾਂਜੀ ਹੋਰ ਇਹਦੇ ਮੁਕਾਬਲੇ ਦੀ ਕੋਈ ਸ਼ੈ ਨਹੀਂ। ਸਹੀ। ਇਹ ਮੈਨੂੰ ਕਾਫੀ ਦੇਰ ਬਾਅਦ ਹਕੀਮ ਸਾਹਿਬ ਦੀ ਕਿਤਾਬ ਮਿਲੀ ਹੈ, ਅੱਛਾ, ਬਿਆਦ ਕਬੀਰ। ਕਬੀਰ। ਇਹ ਸਾਡੀ ਬਿਹਤਰੀਨ ਆਲਾ ਦਰਜੇ ਦੀ ਸਭ ਤੋਂ 1 ਨੰਬਰ ਕਿਤਾਬ ਹੈ। ਜੀ ਜੀ ਹਾਂ, ਬਿਆਸ ਕਬੀਰ ਮਸ਼ਹੂਰ ਹੈ ਪੁਰਾਣੀ ਮੁਕੰਮਲ। ਅੱਛਾ, ਇਹ ਜਦੋਂ ਮੈਂ ਵੇਖੀ ਨਾ ਪਹਿਲੀ, ਅੱਛਾ ਤੇ ਇਹਦੇ ਵਿੱਚ ਲਿਖਿਆ ਆਇਆ ਹਕੀਮ ਆਪਣਾ ਸੁਨਾਬਲਾ ਕੇ ਮੁਜਰਬਾਤ। ਅੱਛਾ, ਮਾਸ਼ਾਅੱਲਾ, ਸੁਨਾਬਲਾ ਕੇ ਮੁਜਰਬਾਤ, ਇਹਦੇ ਵਿੱਚ ਫਟਕੀ ਮਿੱਠਾ ਸੋਡਾ, ਅੱਛਾ ਇਹ ਵੀ ਇਹ ਲਿਖਿਆ ਹੈ, ਔਰ ਅਜਵੈਨ ਖੁਰਾਸਾਨੀ ਵੀ ਲਿਖੀ। माशाअल्लाह, हकीम साहब ने अपने अपने हाथ में ली। मेरे मुजरबात माशाअल्लाह, ये देखो जी पुरानी याद निशानी, ये उनकी निशानी है उस्ताद साहब की। ठीक हो गया फिर माशाअल्लाह। मेरे को लोग आते हैं दसन पे आ गए मैं हकीम साहब काली दुआ दे दियो, काली दुआ दे दें। हाँ जी। तो मैं कहना नहीं यार 3 कुड़ियां दवो ना, नहीं 2 ही बड़ियां ने। एक माशाअल्लाह ਤੁਸੀਂ ਦੱਸਦੇ ਹੋ ਕਿ ਬੇਔਲਾਦੀ ਦੇ ਲੋਕ ਵੀ ਬਹੁਤ ਆਉਂਦੇ ਨੇ। हाँ बड़े आते ਤੇ हैं, ਉਹਦਾ ਅਲਹਮਦੁਲਿਲਾ ਇਲਾਜ ਵੀ ਬੜਾ ਅੱਛਾ ਤੇ ਮੁਜਰਬ ਹੈ। आज परसों भी आया, अच्छा माशाअल्लाह, 1-2 मरीजों का इलाज शुरू भी है। ਅਲਹਮਦੁਲਿਲਾ। हाँ जी जी हाँ। ਤੇ ਅਲਹਮਦੁਲਿਲਾ ਉਹਦੇ ਵਾਸਤੇ ਮਸਲ ਖਾਸ ਕੋ ਹਕੀਮਾਂ ਵਾਸਤੇ ਕੋਈ ਜਿੰਨਾ ਕੋ ਤੁਸੀਂ ਦੱਸਣਾ ਚਾਹੋ। अच्छा ਹਾਂ ਅਗਰ ਤੁਸੀਂ ਮੁਨਾਸਬ ਸਮਝੋ। ये कोई गल नहीं, ਹਾਂ ਚਲੋ ਸਦਕਾ ਜਾਰੀ ਹੈ, कोई गल ਬਾਅਦ ਵਿੱਚ ਆਉਣ ਵਾਲੇ ਵੀ ਫਾਇਦਾ ਉਠਾਉਣਗੇ। ਪਰ ਜ਼ਿੰਦਗੀ ਮੌਤ ਤੇ ਅੱਲਾ ਦੇ ਹੱਥ नहीं। हाँ जी, ਜੀ। मेरे को ये मरीज काफी आते हैं ਸਹੀ बेऔलाद, ਅਲਹਮਦੁਲਿਲਾ, या जिन्हां ਦੀਆਂ ਬੱਚੀਆਂ ਜਿੰਦਾ ਰਹਿੰਦੀਆਂ ਨੇ, ਬੱਚੇ ਫੌਤ ਹੋ ਜਾਣ ਜੀ। ਉਹ ਮੇਰੇ ਕੋਲ ਆਉਂਦੇ ਨੇ, ਜਾਂ ਜਿਨ੍ਹਾਂ ਦੀਆਂ ਪੈਦਾ ਹੀ ਬੱਚੀਆਂ ਹੁੰਦੀਆਂ ਨੇ, ਬੱਚੇ ਨਹੀਂ ਪੈਦਾ ਹੁੰਦੇ, ਸਹੀ ਉਹ ਮੇਰੇ ਕੋਲ ਆਉਂਦੇ ਨੇ। ਬਲਕਿ ਹੁਣ ਤੇ ਇਸ ਤੱਕ ਆਉਣੇ ਸ਼ੁਰੂ ਹੋ ਗਏ ਨੇ ਕਿ ਮੀਆਂ ਬੀਵੀ ਕਾਲੇ ਰੰਗ ਦਾ ਹੈ, ਹਾਂ ਤੇ ਬੱਚਾ ਜਿਹੜਾ ਉਹ ਕੱਕਾ ਪੂਰਾ ਕਿਵੇਂ ਪੈਦਾ ਹੁੰਦਾ। ਅੱਛਾ ਮਾਸ਼ਾਅੱਲਾ, ਗੋਰਾ ਪੈਦਾ ਹੋਏਗਾ। ਹੁਣ ਇਸ ਤਰ੍ਹਾਂ ਦੇ ਹੁੰਦੇ ਨੇ ਮਰੀਜ਼, ਸਹੀ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਬੱਚਾ ਜਿਹੜਾ ਨਾ ਉਹ ਕੱਕਾ ਪੂਰਾ ਪੈਦਾ ਹੋਣਾ ਚਾਹੀਦਾ। ਸਹੀ ਹੈ, ਗੋਰਾ ਚਿੱਟਾ ਸਾਦਾ ਹੋਵੇ। ਰੰਗ ਭਾਵੇਂ ਪਕੇਰਾ ਜੀ, ਸਹੀ ਮਗਰ ਬੱਚਾ ਜਿਹੜਾ ਉਹ ਕੱਕਾ ਪੂਰਾ ਪੈਦਾ ਹੋਣਾ ਚਾਹੀਦਾ। ਸਹੀ ਉਹ ਅੱਲਾ ਦੀ ਮਿਹਰਬਾਨੀ ਨਾਲ ਚਾਹੀਦੀ ਹੈ। ਅਲਹਮਦੁਲਿਲਾ ਤਜਰਬਾਸ਼ੁਦਾ ਹੈ, ਸਹੀ ਕਿੰਨਿਆਂ ਲੋਕਾਂ ਨੂੰ ਦਵਾਈ ਦਿੱਤੀ ਹੈ, ਸਹੀ ਅੱਲਾ ਨੇ ਕਾਮਯਾਬੀ ਕੀਤੀ ਹੈ। ਸਹੀ ਇੱਕ ਕੁਲੀਆ ਕਾਨੂੰਨ ਹੈ, ਜੀ ਜੀ ਡਾਕਟਰਾਂ ਦੇ ਕਾਨੂੰਨ ਤੇ ਇਹ ਨਹੀਂ ਕਿ ਅੰਡੇ ਨਹੀਂ ਬਣਦੇ, ਹਾਂ ਹਾਂਜੀ, ਤੇ ਇੰਜ ਹੁੰਦਾ ਤੇ ਇਹ ਹੁੰਦਾ ਤੇ ਉਹ ਹੁੰਦਾ, ਸਭ ਕੁਝ ਬਕਵਾਸ ਹੈ। ਸਹੀ ਗੱਲ ਸਿਰਫ ਇੰਨੀ ਹੈ ਹਾਂ ਕਿ ਖੁਦਾਵੰਦ ਕਰੀਮ ਦਾ ਕਾਨੂੰਨ ਹੈ ਕਿ ਬੰਦਾ ਔਰ ਜਨਾਨੀ ਆਪਸ ਵਿੱਚ ਮਿਲਣ ਤੇ ਹਮਲ ਸ਼ਾਇਦ, ਸਹੀ ਹਾਂਜੀ, ਠੀਕ ਕੁਦਰਤੀ ਜਿਹੜਾ ਕਾਨੂੰਨ ਹੈ ਨਾ ਹਾਂ ਉਹ ਇਹ ਹੈ, ਠੀਕ ਹੈ ਬੰਦਾ ਔਰ ਜਨਾਨੀ ਆਪਸ ਵਿੱਚ ਮਿਲਦੇ ਨੇ ਹਮਲ ਸ਼ਾਇਦ ਦਾ, ਸਹੀ ਚਾਹੇ ਉਹ ਜਲਦੀ ਠਹਿਰ ਜਾਏ ਜਾਂ ਦੇਰ ਨਾਲ ਠਹਿਰੇ। ਠੀਕ ਹੈ ਅਗਰ ਜਲਦੀ ਠਹਿਰ ਜਾਏ ਤੇ ਉਹਦੇ ਸਫਾਈ ਹੈ ਸਹੀ ਬਿਲਕੁਲ, ਜੇ ਅਗਰ ਦੇਰ ਨਾਲ ਠਹਿਰੇ ਤਾਂ ਸਮਝੋ ਕਿ ਅੰਦਰ ਗੰਦਗੀ ਹੈ, ਗੰਦਗੀ ਹੈ। ਕੋਈ ਚੀਜ਼ ਅੰਦਰ ਐਸੀ ਹੈ ਵੇ ਹਾਂ ਕਿ ਜਿਹੜੀ ਨਹੀਂ ਠਹਿਰਨ ਦੇ, ਜੀ ਜੀ ਹਾਂਜੀ। ਇਸ ਵਾਸਤੇ ਉਸ ਚੀਜ਼ ਨੂੰ ਕੱਢੋ, ਸਫਾਈ ਕਰੋ ਅੰਦਰ, ਹਾਂ ਬਸ ਇਹ ਕਾਨੂੰਨ ਹੈ ਫਿਤਰਤ ਹੈ। ਸਹੀ। ਉਸ ਤੋਂ ਬਾਅਦ ਬਾਕੀ ਜਿੰਨੇ ਕਾਨੂੰਨ ਨੇ ਸਾਰੇ ਆਪਣੀ ਮਰਜ਼ੀ ਤੇ ਬਣਾਏ। ਉਹਦੀ ਤੁਸੀਂ ਨਿਸ਼ਾਨੀ ਵੀ ਦੱਸੀ ਸੀ ਮੋਟੀ, ਕਿ ਉਹਦੀ ਜ਼ੁਬਾਨ ਚੈੱਕ ਕਰ ਲਓ। ਜਿਹਦੀ ਇਹਦੀ ਤੁਸੀਂ ਨਿਸ਼ਾਨੀ ਵੀ ਦੱਸੀ ਸੀ ਕਿ ਜਿਹਦੇ ਅੰਦਰ ਗੰਦਗੀ ਹੋਵੇਗੀ ਤੇ ਉਹਦੀ ਜ਼ੁਬਾਨ ਦੇ ਉੱਤੇ ਮੈਲ ਜੰਮ ਜਾਏਗੀ, ਜ਼ਬਾਨ ਦੇ ਉੱਤੇ ਮੈਲ ਹੋਏਗੀ, ਹਾਂ ਗੰਦਗੀ ਹੋਏਗੀ ਅੰਦਰ, ਜਿੰਨੀ ਗੰਦਗੀ ਹੋਏਗੀ ਨਾ ਉਦੋਂ ਤੀਸਰਾ ਹਿੱਸਾ ਜ਼ਬਾਨ ਤੇ ਮੈਲ ਆਏਗੀ। ਸਹੀ ਜ਼ਬਾਨ ਤੇ ਜਿੰਨੀ ਮੈਲ ਹੋਏਗੀ ਉਸ ਤੋਂ ਦੂਸਰਾ 2 ਹਿੱਸੇ ਅੰਦਰ ਹੈ ਸਹੀ ਮੈਲ ज्यादा ठीक, और वो सब तो पहले साफ करो, वो सफाई हो जाएगी, उस तो जो बाद रहम साफ हो जाएगा तो निजाम ठीक हो उस तो जाएगा बाद पेट आने वाला जो मसला है जी। कि क्यों नहीं ठहरता, हाँ वो ये तुम देखो क्या देश के नाल दर्द तो नहीं होंदी, सही अगर दर्द होंदी है तो ਇਹਦਾ मतलब कि फालतू कोई शय अंदर है जिसकी वजह तो तकलीफ है, ਜਿਹੜੀ ਨਿਕਲਣੀ ਚਾਹੀਦੀ, निकलनी चाहिए जिसकी वजह तो दर्द है, ਉਹ ਨਹੀਂ ਨਿਕਲਦੀ। दर्द ਨੂੰ ਦਬਾਣਾ ਤਾਂ ਕੋਈ ਕੰਮ ਨਹੀਂ, ਦਰਦ ਨੂੰ ਅਸਲ ਤੇ ਇਲਾਜ ਹੈ। ਉਹ ਫਿਰ ਉਸ ਦੀ ਜਿਹੜੀ ਦਰਦ ਵਾਲਾ ਮਸਲਾ ਹੈ ਉਹ ਖਤਮ ਇਸ ਤਰੀਕੇ ਨਾਲ ਕਰੀਦਾ, ਦਵਾਈ ਦੇਈਦੀ ਹੈ ਤਾਂ ਕਿ ਉਹ ਆਹਿਸਤਾ 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 ਨਰਮ ਹੋ ਕੇ ਨਾ ਸਹੀ ਉਹ ਨਿਕਲਦਾ ਹੈ। ਸਹੀ ਹੈ, ਅੱਲਾ ਮਿਹਰਬਾਨੀ ਕਰਦੇ ਹਾਂ। ਇਸ ਤਰੀਕੇ ਨਾਲ ਮੈਂ ਤੇ ਇਲਾਜ ਕਰਨਾ। और ਉਹਦੇ ਵਾਸਤੇ ਮਾਸ਼ਾਅੱਲਾ ਤੁਸੀਂ ਬੜੀ ਕੀਮਤੀ ਵੀ 1-2 ਚੀਜ਼ਾਂ ਇਸਤੇਮਾਲ ਕਰਦੇ ਹੋ ਵਿੱਚ ਇਹਦੇ, ਕੀਮਤੀ ਵੀ ਨੇ, ਹਾਂ ਸਸਤੀਆਂ ਵੀ ਨੇ, ਸਸਤੀਆਂ ਵੀ ਨੇ। ਹਾਂ ਉਹ ਅਗਰ ਕੋਈ ਚੀਜ਼ ਦੱਸਣਾ ਚਾਹੋ ਤੇ ਦੋਵੇਂ ਚੀਜ਼ਾਂ ਨੇ। ਮੈਂ ਜ਼ਿਆਦਾਤਰ ਉਹਦੇ ਵਾਸਤੇ ਸੁਗੰਧ ਨਗੌਰੀ ਇਸਤੇਮਾਲ ਸੁਗੰਧ ਨਗੌਰੀ, ਠੀਕ ਹੈ, ਇਹ ਤਾਂ ਸਸਤੀ ਹੋ ਗਈ ਹਾਂ। ਤੇ ਇੱਕ ਕੀਮਤੀ ਵੀ ਕਰਦੇ ਹੁੰਦੇ ਹੋ ਮਾਸ਼ਾਅੱਲਾ। ਸ਼ਾਖ ਮਰਜਾਨ
ਕੁਸ਼ਤਾ ਸ਼ਾਹ ਮਰਜਾਨ ਹਾਂ। ਮਰਵਾਰੀ ਮਰਵਾਰੀ ਹਾਂਜੀ। ਹਾਂ ਮਰਵਾਰੀ ਦਾ ਅੱਲਾ ਕਿਸਮ ਦਾ ਜੀ ਜ਼ਾਫਰਾਨ ਜ਼ਾਫਰਾਨ ਠੀਕ ਹੈ ਇਹ ਕੀਮਤੀ ਚੀਜ਼ਾਂ ਨੇ ਜ਼ਾਹਰ ਹੈ ਕਿ ਪੈਸੇ ਚ ਤਾਂ ਲੈਣੇ ਨੇ ਤੇ ਫਿਰ ਇਹ ਕੀਮਤੀ ਚੀਜ਼ਾਂ ਨੂੰ ਉਦੋਂ ਇਸਤੇਮਾਲ ਇਸਤੇਮਾਲ ਕਰੀਦੀਆਂ ਨੇ ਜੀ ਜੀ ਜਦੋਂ ਸਫਾਈ ਹੋ ਜਾਏ ਅੰਦਰੋਂ ਦੈਸ਼ ਦੇ ਨਾਲ ਲੜਕਾ ਪੈਦਾ ਕਰਨਾ ਹੋਵੇ। ਸਹੀ ਹੈ ਜਦੋਂ ਲੜਕੀ ਪੈਦਾ ਹਾਂ। ਕਰਨੀ ਹੋਵੇ ਫਿਰ ਨਹੀਂ, ਫਿਰ ਨਹੀਂ ਲੜਕਾ ਪੈਦਾ ਕਰਨਾ ਹੋਵੇ ਤੇ ਫਿਰ ਇਹ ਚੀਜ਼ਾਂ ਠੀਕ ਇਸਤੇਮਾਲ ਹੋ ਗਿਆ ਅਲਹਮਦੁਲਿਲਾ ਤੋਂ ਅੱਲਾ ਮਿਹਰਬਾਨੀ ਕਰ ਦਿੰਦਾ ਹੈ। ਅੱਲਾ ਬਰਕਤ ਦੇ ਤਕਰੀਬਨ 100 ਦੇ ਵਿੱਚੋਂ 90 90-95% ਰਿਜ਼ਲਟ ਹੈ ਕਾਮਯਾਬੀ ਹੈ। ਅੱਛਾ ਫਿਰ ਦੂਜਾ ਤੁਹਾਡੇ ਮਾਸ਼ਾਅੱਲਾ ਬੁਖਾਰਾਂ ਵਾਸਤੇ ਬੜੇ ਅੱਛੇ ਤੁਹਾਡੇ ਮੁਜਰਬਾਤ ਨੇ ਤੇ ਬੜੇ ਆਸਾਨ ਜਿਹਾ ਤੇ ਸਸਤੇ ਜਿਹਾ ਅੱਜ ਕੱਲ ਲੋਕ ਤੇ ਵਿਚਾਰੇ ਬੜੇ ਪਰੇਸ਼ਾਨ ਹੋ ਜਾਂਦੇ ਨੇ ਕਈ ਡਾਕਟਰਾਂ ਕੋਲ ਜਾ ਕੇ ਬੁਖਾਰ ਹੀ ਨਹੀਂ ਉਤਰਦੇ ਮਲੇਰੀਆ ਬੁਖਾਰ, ਜੀ ਫਟਕਲੀ ਕਰੰਜਵਾ ਤੇ ਕਰੰਜਵਾ ਜੀ ਤੇ ਕਾਲੀ ਮਿਰਚ, ਕਾਲੀ ਮਿਰਚ ਇਹਦਾ ਮਰਕਬ ਹੈ ਬਰਾਬਰ ਨਹੀਂ, ਹਾਂ ਇਹਦਾ ਮਰਕਬ ਹੈ ਕਰੰਜਵਾ ਜਿਹੜਾ ਉਹ 3 ਹਿੱਸੇ मगज करंजवा मगर जी करंजवा 3 हिस्से और काली मिर्च ਜਿਹੜੀ है काली मिर्च वो 2 हिस्से 2 हिस्से और फटकली ਜਿਹੜੀ है फटकड़ी एक हिस्सा बिरियां हाँ वो 1 हिस्सा एक हिस्सा ठीक हो तीसरा गया हिस्सा। फटकी बिरियां एक हिस्सा यानी कि ਇਹਨਾਂ ਨੂੰ ਮਿਲਾ ਲਓ ਇਹ ਮਲੇਰੀਆ ਬੁਖਾਰ ਵਾਸਤੇ। बुखार वास्ते मलेरिया वास्ते ਜਿਹੜਾ ਆਮ ਬੁਖਾਰ ਹੈ जी ਉਹਦੇ ਵਾਸਤੇ ਕੁਛ ਤਾਂ ਗੋਦਨ ਦੀ हाँ और लुबान कौड़िया ਲੁਬਾਨ लेकिन लुबान कौड़िया सही लभना भी एक काम है ਕੁਛ अजकल ਤਾਂ कुछ ता संख ये किन्ना मिकदार है ਇਹ ਮੈਂ ਤੇ ਬਣਾਉਣਾ ਬਣਾ ਪਾਇਆ अच्छा पा लुबान कौड़िया ਲੁਬਾਨ ਨਹੀਂ ਕੁਛ गोदंती पाओ ਪਾਇਆ जी और पाइये लुबान कौड़िया पाइए लुबान कौड़िया 50 ग्राम 50 ग्राम संख ਕੁਛ ਤਾਂ कुश्ता संख बेहतरीन मैं बढ़िया बना के ठीक हो गया अल्लाह जजाए खैर ਤੇ ਅੱਲਾ ਮਿਹਰਬਾਨੀ ਕਰ अल्लाह मेहरबान ਕਾਫੀ ਉਹ ਤਾਜ਼ਾ ਤਰੀਨ ਤੁਸੀਂ ਦੱਸ ਹੋਏ ਕਿ ਬੱਚੀ ਆਪਣੀ ਉਹ ਬੜੀ ਉਹ ਬਿਮਾਰ ਸੀ ਅੱਜ ਕੱਲ ਮਿਹਦੇ ਦਾ ਮਸਲਾ ਹੋਇਆ ਸੀ ਤੇ ਉਹਨੂੰ ਤੁਸੀਂ ਆਪਣੇ ਦਿੱਤੇ ਅਰਕ ਕਿਉੜਾ ਤੇ ਉਹ ਜ਼ਰਾ ਉਹ ਵੀ ਦੱਸ ਦਿਓ ਤਾਂ ਕਿ ਮਖਲੂਕ ਦਾ ਫਾਇਦਾ ਹੋ ਜਾਏ ਹੋਰ ਅੱਛਾ ਜੀ ਚਲੋ, ਜੀ ਅੱਲਾ ਖੈਰ ਕਰੇ ਹਾਂ ਅੱਲਾ ਤੰਦਰੁਸਤੀ ਦੇਵੇ ਆਮੀਨ ਨਾਲ ਵਾਕਿਆ ਵੀ ਸੁਣਾ ਦਿਓ ਥੋੜਾ ਜਿਹਾ ਕਿ ਕਿਵੇਂ ਡਾਕਟਰ ਕੋ ਪਰੇਸ਼ਾਨ ਹੋ ਕੇ ਤੇ ਫਿਰ ਉਹ ਮੇਰੇ ਵੱਲ ਆਏ ਫਿਰ ਤੇ ਆਉਂਦੇ ਹੀ ਨਹੀਂ ਸਨ ਪੈ ਹਾਂ ਰਿਸ਼ਤੇਦਾਰ ਸਨ ਨਾ ਅਕਸਰ ਲੋਕਾਂ ਨੇ ਨਾ ਉਹ ਮੇਰੇ ਕੋਲ ਡਾਕਟਰਾਂ ਕੋਲ ਹੋ ਕੇ ਆਮ ਅੱਜ ਕੱਲ ਅਕਸਰ ਇੰਜ ਹੀ ਹਕੀਮਾਂ ਕੋਲ ਉਦੋਂ ਹੀ ਹੁੰਦੇ ਨੇ ਜਦੋਂ ਉਦੋਂ ਇਲਾਜ ਜਾ ਜਲਦੀ ਫਾਇਦਾ ਹੋ ਜਾਂਦਾ ਹੈ। ਜੀ ਉਹ ਜਲਦੀ ਫਾਇਦਾ ਹੋਣ ਦੀ ਬਜਾਏ ਬਿਮਾਰੀ ਜਿਹੜੀ ਉਹ ਪੱਕੀ ਹੋ ਜਾਂਦੀ ਸਹੀ ਉਹ ਜਦੋਂ ਪੱਕੀ ਹੋ ਜਾਂਦੀ ਹੈ ਤੇ ਫਿਰ ਆਉਂਦੇ ਨੇ ਹੁਣ ਕਿਹਦੇ ਕੋਲ ਜਾਈਏ ਸਹੀ ਕੋਈ ਸਿਆਣਾ ਹਕੀਮ ਹੋਵੇ ਤੇ ਉਹਦੇ ਕੋਲ ਜਾਈਏ ਸਹੀ ਹੈ ਉਹ ਫਿਰ ਮੇਰੇ ਕੋਲ ਆਉਂਦੇ ਨੇ। ਠੀਕ ਹੈ ਮੈਨੂੰ ਆ ਕੇ ਕਹਿੰਦੇ ਨੇ ਕਿ ਸਾਹਿਬ ਇਸ ਤਰ੍ਹਾਂ ਕਰਕੇ ਅਸੀਂ ਬੜੇ ਪਰੇਸ਼ਾਨ ਹੋਏ ਹਾਂ ਤੇ ਹੁਣ ਦੱਸੋ ਕੀ ਕਰਨਾ ਹੈ। ਸਹੀ ਹਾਂਜੀ ਅੱਲਾ ਮਿਹਰਬਾਨੀ ਕਰਦੇ ਨੇ ਫਿਰ ਉਹਨਾਂ ਨੂੰ ਬਹਿ ਕੇ ਸਮਝਾਈਦਾ ਠੀਕ ਹੈ ਦੱਸੀਦਾ ਕਾਨੂੰਨ ਸਮਝਾਈਦਾ ਫਿਰ ਉਹਨਾਂ ਨੂੰ ਦਵਾਈ ਦੇਈਦੀ ਹੈ ਤੇ ਅੱਲਾ ਮਿਹਰਬਾਨੀ ਕਰ ਦਿੰਦਾ ਦੂਸਰੇ ਤੀਸਰੇ ਦਿਨ ਨੂੰ ਅੱਲਾ ਆਰਾਮ ਦੇਣਾ ਸ਼ੁਰੂ ਕਰ ਦਿੰਦਾ ਸਹੀ ਪਹਿਲੇ ਦਿਨ ਨਹੀਂ ਸਹੀ ਕਿਉਂਕਿ ਪਹਿਲੇ ਦਿਨ ਅੰਗਰੇਜ਼ੀ ਦਵਾਈਆਂ ਖਾਧੀਆਂ ਹੁੰਦੀਆਂ ਨੇ ਉਹਨਾਂ ਦੇ ਅਸਰਾਤ ਬਹੁਤ ਗਲਤ ਕਿਸਮ ਦੇ ਹੁੰਦੇ ਨੇ ਸਹੀ ਮੈਂ ਤੇ ਆਪਣੀ 60 ਸਾਲਾ ਜ਼ਿੰਦਗੀ ਦੇ ਅੰਦਰ ਇਹ ਨਿਚੋੜ ਕੱਢਿਆ ਕਿ ਕਾਫੀ ਦੇ ਅੰਦਰ ਮੈਂ ਤਕਰੀਬਨ 6-7 ਮਰਜ਼ਾਂ ਲਿਖੀਆਂ ਨੇ ਸਹੀ ਇਹ ਡਾਕਟਰਾਂ ਨੇ ਪੈਦਾ ਕੀਤੀਆਂ ਨੇ ਠੀਕ ਹੈ ਇਹ ਮਰਜ਼ਾਂ ਕੋਈ ਨਹੀਂ ਸੁਣਦਾ ਸਹੀ ਹੈ ਇਹ ਡਾਕਟਰਾਂ ਨੇ ਪੈਦਾ ਕੀਤੀਆਂ ਨੇ ਕਿਉਂ ਕਿ ਡਾਕਟਰ ਦੀ ਇਲਾਜ ਦੇ ਅੰਦਰ ਅੰਦਰੋਂ ਸਫਾਈ ਕੋਈ ਨਹੀਂ ਸਹੀ ਹੈ ਡਾਕਟਰੀ ਇਲਾਜ ਦੇ ਵਿੱਚ ਅੰਦਰੋਂ ਸਫਾਈ ਕੋਈ ਨਹੀਂ ਸਹੀ ਅਸਾਂ ਜਦੋਂ ਵੀ ਇਲਾਜ ਕਰਨਾ ਮਰੀਜ਼ ਦਾ ਪੇਟ ਦੇਖਣਾ ਤੇ ਕਿਵੇਂ ਦਾ ਉਸ ਮਰੀਜ਼ ਦੇ ਪੇਟ ਨੂੰ ਅਸੀਂ ਜਨਾਬ ਦੇ ਕੇ ਠੀਕ ਕਰਨਾ ਸਹੀ ਸਾਫ਼ ਕਰਨਾ ਸਹੀ ਉਸ ਤੋਂ ਬਾਅਦ ਬਿਮਾਰੀ ਦਾ ਇਲਾਜ ਕਰਨਾ ਤੇ ਦੋ ਅਰਕ ਜਿਹੜੇ ਨੇ ਉਹ ਵੀ ਮਾਸ਼ਾਅੱਲਾ ਤੁਸੀਂ ਦਿੱਤੇ ਮਿਹਰਬਾਨੀ ਕਰ ਦਿੰਦਾ ਤੇ ਅੱਲਾ ਨੇ ਫਜ਼ਲ ਕਰ ਵਗੈਰਾ ਦਿੱਤਾ ਮੈਂ ਆਪ ਹੀ ਤਿਆਰ ਕਰਨਾ ਸਹੀ ਉਹ ਦੋ ਅਰਕ ਅਸੀਂ ਆਪਣਾ ਅਰਕ ਗੌਰਬਾਨ ਅਰਕ ਗੋਜ਼ਬਾਨ ਅਰਕ ਸੌਂਫ ਸੌਂਫ ਬੱਚੇ ਛੋਟੇ ਛੋਟੇ ਜਿਹੜੇ ਨੇ ਨਾ ਉਹ ਕੌੜੀ ਸ਼ਾਇਦ ਇਸਤੇਮਾਲ ਨਹੀਂ ਹਾਂ ਕਰਦੇ ਹੀ ਨੇ ਉਹਨਾਂ ਨੂੰ ਫਿਰ ਇਹ ਚੀਜ਼ ਮਿਲਾ ਕੇ ਦੇਈਦੀ ਹੈ ਗੌਰਬਾਨ ਤੇ ਸੌਂਫ ਦਾ ਅਰਕ ਸਹੀ ਤਾਂ ਕਿ ਉਹਨਾਂ ਦੇ ਪੇਟ ਦੀ ਜਿਹੜੀ ਹਵਾ ਹੈ ਗੈਸ ਹੈ ਮਿੱਦੇ ਦਾ ਪ੍ਰੋਬਲਮ ਹੈ ਉਹ ਸਾਰੇ ਦਾ ਸਾਰਾ ਖਤਮ ਹੋ ਜਾਂਦਾ ਹੈ ਤੋ ਅੱਲਾ ਮਿਹਰਬਾਨੀ ਕਰ ਦਿੰਦਾ ਹੈ ਅਲਹਮਦੁਲਿਲਾ ਕਾਫੀ ਹੱਦ ਤੱਕ 2-4 ਦਿਨ ਦੇ ਵਿੱਚ ਹੀ ਉਹ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਹਾਂਜੀ ਜੇ ਕੋਈ ਬਹੁਤਾ ਕਬਰ ਕੁਬਤ ਹੋਵੇ ਹਾਂ ਤੇ ਫਿਰ ਉਹਦੇ ਵਾਸਤੇ ਮੈਂ ਦੇਣਾ ਹੁੰਦਾ ਵਾ ਕਸਟਰਾਇਲ ਹਾਂ ਕਸਟਰਾਇਲ ਤੇ ਬਨਫਸ਼ਾ ਦਾ ਸ਼ਰਬਤ ਤੇ ਸ਼ਰਬਤ ਬਨਫਸ਼ਾ
शरबत बनफशा, जी शरबत बनफशा नहीं तो शरबत अमल तास मैं बनाया है। अमलतास मैं ठीक वो दोवें चीज़ां मिला के तो देना हुंदा। सही है ਵੱਡਾ ਹੋਵੇ ਤੇ ਉਹਨੂੰ ਮੈਂ ਪਿਆਲੇ ਤੇ 2 ਘੁੱਟ, सही ਜੇ ਬੱਚਾ ਹੋਵੇ ਤੇ ਉਹਨੂੰ ਚਮਚੀ ਚਮਚੀ ਦੇਈਦਾ। सही ਉਹਦਾ ਪੇਟ ਨਰਮ ਹੋ ਕੇ ਮੁਲਾਇਮ ਹੋ ਕੇ ਫਿਰ ਉਹਨੂੰ ਪਖਾਨਾ ਆ ਜਾਂਦਾ ਹੈ ਤੇ ਉਹ ਮਰਜ਼ ਜਿਹੜੀ ਉਹਦੀ ਹੁੰਦੀ ਹੈ ਉਹ ਵੀ ਇਨਸ਼ਾਅੱਲਾ ਦੂਰ ਹੋ ਜਾਂਦਾ अल्हम्दुलिल्लाह ਹੈ। अल्लाह ताला कबूल फरमाए जी बरकत दे ਅੱਲਾਹ ਤਾਲਾ माशाअल्लाह ਮਿਹਰਬਾਨੀ ਕਰਦਾ ਹੈ। हाँ ਕੰਮ ਸਾਰੇ ਰੱਬ ਦੇ ਨੇ, रब दे ने ਪਰ ਆ ਬੰਦੇ ਨੂੰ ਵੀ ਕੋਈ ਥੋੜਾ ਬਹੁਤਾ ਸੋਚਣਾ ਚਾਹੀਦਾ ਹੈ सही है ਕਿ ਮੈਂ ਕੀ ਕਰਨ ਲੱਗਾ ਤੇ ਕੀ ਕਰਨਾ ਚਾਹੀਦਾ ਹੈ। ठीक है ਹਾਂਜੀ, ਬਾਕੀ ਕਰਨਾ ਸਾਰਾ ਰੱਬ ਨੇ। रब नहीं है या, बेशक ਹਾਂਜੀ जज़ाकल्लाह खैर जी अल्लाह ताला ਤੁਹਾਡੀ ਉਮਰ ਇਲਮ ਵਿੱਚ ਬਰਕਤ ਤਾ ਫਰਮਾਏ ਆਮੀਨ ਔਰ ਅੱਲਾਹ ਖਾਤਮਾ ਈਮਾਨ ਆਮੀਨ ਤੇ ਕਰੇ ਤੇ ਆਮੀਨ ਦੁਨੀਆ ਆਖਰਤ ਵਾਸਤੇ ਵੀ ਜ਼ਖੀਰਾ ਬਣੇ ਆਮੀਨ ਤੇ ਇਹ ਸਾਡਾ ਮਾਸ਼ਾਅੱਲਾ ਮਜਲਿਸ ਜਿਹੜੀ ਹੈ ਪ੍ਰੋਗਰਾਮ ਜਿਹੜਾ ਹੈ ਵੀ ਆਮੀਨ ਮਖਲੂਕ ਦਾ ਫਾਇਦਾ ਆਮੀਨ ਅੱਲਾਹ ਪਾਕ ਇਹਦੇ ਨਾਲ ਕਰ ਦੇਵੇ ਆਮੀਨ ਮਖਲੂਕ ਖੁਦਾ ਨੂੰ ਵੀ ਉਹਨਾਂ ਦਾ ਭਲਾ ਹੋ ਜਾਵੇ ਜਜ਼ਾਕੱਲਾ ਖੈਰ ਹੋਰ ਕੋਈ ਗੱਲ ਕੋਈ ਨਸੀਹਤ ਹਕੀਮਾਂ ਵਾਸਤੇ ਤੁਸੀਂ ਕਰਨੀ ਚਾਹੋ ਹਕੀਮਾਂ ਨੂੰ ਮਾਸ਼ਾਅੱਲਾ ਤੁਸੀਂ ਉਮਰ ਗੁਜ਼ਾਰੀ ਇਹਦੇ ਵਿੱਚ ਤੇ ਉਹਨਾਂ ਵਾਸਤੇ ਕੀ ਪੈਗਾਮ ਤੁਸੀਂ ਦੇਣਾ ਚਾਹੋਗੇ ਮੈਂ ਬਹੁਤ ਸਾਰੇ ਹਕੀਮਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ। ਜੀ ਜੀ ਉਹਨਾਂ ਹਕੀਮਾਂ ਨੇ ਮੈਨੂੰ ਇਹ ਗੱਲ ਦੱਸੀ, ਉਹ ਛੱਡੋ ਜੀ ਕਿਤਾਬਾਂ 'ਚ ਕੀ ਪਿਆ ਹੈ। ਹਾਂ ਹਕੀਮਾਂ ਨੇ ਮੈਨੂੰ ਇਹ ਗੱਲ ਆਖੀ ਹੈ, ਛੱਡੋ ਜੀ ਕਿਤਾਬਾਂ 'ਚ ਕੀ ਪਿਆ ਹੈ। ਹਾਂ ਤੇ ਮੈਂ ਪੁੱਛਣਾ ਹੁੰਦਾ ਕਿ ਜਦੋਂ ਤੁਸੀਂ ਪੜ੍ਹਨ ਗਏ ਸੋ, ਹਾਂ ਸਕੂਲ ਪੜ੍ਹਨ ਗਏ ਸੋ, ਹਾਂ ਉਦੋਂ ਅਲੱਗ ਬੇਆਲਾ ਕਹਿੰਦਾ ਪੜ੍ਹਿਆ ਸੀ ਕਿ ਉਦੋਂ ਕੋਈ ਕਿਤਾਬ ਨਹੀਂ ਸੀ ਪੜ੍ਹੀ। ਸਹੀ ਬਗੈਰ ਪੜ੍ਹਨ ਤੋਂ ਤੁਸੀਂ 10 ਮਿੰਟਾਂ ਪੜ੍ਹ ਗਏ। ਹਾਂ ਹੈਂ? ਠੀਕ ਹੈ ਮੈਂ ਕਿਹਾ ਇਹ ਕਿਤਾਬਾਂ ਜਿਹੜੀਆਂ ਨਾ ਕੁਛ ਵੀ ਨਾ ਹੋਣ, ਹਾਂ ਫਿਰ ਵੀ ਇਹਨਾਂ ਦੇ ਵਿੱਚੋਂ ਕੁਛ ਨਾ ਕੁਛ ਨੁਕਤਾ ਲੱਭਦਾ ਹੈ। ਸਹੀ ਤੇ ਇਸ ਨੁਕਤੇ ਨੂੰ ਜ਼ਾਇਆ ਨਾ ਕਰੋ, ਹਾਂ ਇਸ ਨੁਕਤੇ ਦੇ ਉੱਤੇ ਅਮਲ ਕਰੋ ਤਾਂ ਕਿ ਤੁਸੀਂ ਕਾਮਯਾਬੀ ਹਾਸਲ ਕਰੋ। ਆਪਣਾ ਮੁਤਾਲਾ ਕਰਦੇ ਰਹੋ ਹਾਂ, ਇਹਨੂੰ ਨਾ ਭੁੱਲੋ ਤੇ ਸਹੀ ਇਸ ਵਾਸਤੇ ਕਿਤਾਬਾਂ ਦਾ ਜਿਹੜਾ ਮੁਤਾਲਾ ਹੈ ਇਹ ਜ਼ਰੂਰੀ ਹੈ। ਸਹੀ ਕੁਰਾਨ ਪਾਕ ਹੈ ਸਾਡੀ ਕਿਤਾਬ, ਅਸਲ ਕਿਤਾਬ। ਹਾਂ ਕੁਰਾਨ ਪਾਕ ਦਾ ਮੁਤਾਲਾ ਕਰਦੇ ਰਹੋਗੇ ਤੇ ਇਹਦੇ ਚ ਤੁਹਾਨੂੰ ਬਹੁਤ ਕੁਝ ਲੱਭੇਗਾ। ਸਹੀ ਤੁਸੀਂ ਸਿਰਾਤ ਮੁਸਤਕੀਮ ਤੇ ਚੱਲ ਜਾਓਗੇ। ਬੇਸ਼ੱਕ ਤੇ ਜੇ ਮੁਤਾਲਾ ਨਹੀਂ ਕਰੋਗੇ, ਨਿਰੇ ਪੜ ਛੱਡੋਗੇ ਸਹੀ ਬਗੈਰ ਤਰਜਮੇ ਤੋਂ, ਤੇ ਤੁਹਾਨੂੰ ਕੁਛ ਵੀ ਨਹੀਂ ਹਾਸਲ ਹੋਗਾ। ਸਹੀ ਕੁਛ ਪਤਾ ਨਹੀਂ ਲੱਗਣਾ ਕਿ ਮੈਂ ਕੀ ਆ ਗਿਆ ਤੇ ਕੀ ਨਹੀਂ। ਬਿਲਕੁਲ ਸਹੀ ਇਸ ਵਾਸਤੇ ਕਿ ਮੁਤਾਲਾ ਜਿਹੜਾ ਨਾ ਲਓ ਇਹ ਜੀ ਕਿਤਾਬਾਂ ਦਾ ਕਰਦੇ ਰਹੋਗੇ ਤੇ ਫਾਇਦੇਮੰਦ ਹੈ। ਦਵਾਈਆਂ ਦੀਆਂ ਕਿਤਾਬਾਂ ਜਿਹੜੀਆਂ ਨਾ, ਇਹ ਇੱਕ ਕਿਤਾਬ ਐਸੀ ਹੈ ਕਿ ਜਿਹਦਾ ਹਰ ਨੁਸਖਾ ਕਾਮਯਾਬ ਹੈ। ਸਹੀ ਆ ਬਿਆਜ਼ੇ ਬਾਕੀ ਕਬੀਰ ਜਿੰਨੀਆਂ ਵੀ ਕਿਤਾਬਾਂ ਨੇ ਨਾ, ਉਹਨਾਂ ਦੇ ਉਹ ਬਰਾਏ ਨਾਮ ਕਿਤਾਬ ਹੀ, ਸਹੀ ਉਹ ਕਿਤਾਬ ਬਰਾਏ ਬਰਾਏ ਨਾਮ ਨਾਮ ਹੀ ਹੈ। ਕਿਉਂ ਸਹੀ ਕਿ ਚਾਹੁੰਦੇ ਕਿ ਨੁਸਖੇ ਦੇ ਅੱਛੇ ਹੁੰਦੇ ਨੇ ਕਾਮਯਾਬ। ਹਾਂ ਬਾਕੀ ਬਾਕੀ ਕਿਤਾਬ ਬਰਾਏ ਕਿਤਾਬ, ਸਹੀ ਗੱਲ ਔਰ ਕਿਤਾਬ ਬਣਾਉਣ ਵਾਸਤੇ ਪੂਰੀ ਕਰਨ ਵਾਸਤੇ ਨੁਸਖੇ ਸਹੀ ਬਣਾਏ ਹੁੰਦੇ ਨੇ। ਬਲਕਿ ਇਹ ਕਿਤਾਬ ਜਿਹੜੀ ਹੈ ਨਾ, ਇਹਦਾ ਹਰ ਨੁਸਖਾ ਜਿਹੜਾ ਉਹ ਕਾਮਯਾਬ ਹੈ, ਕਾਮਯਾਬ ਸਹੀ ਬਸ਼ਰਤੇ ਕਿ ਹਕੀਮ ਨੂੰ ਇਸਤੇਮਾਲ ਕਰਨਾ ਹੁੰਦਾ ਹੋਵੇ। ਆਉਂਦਾ ਹੋਵੇ ਤਰੀਕਾ ਤਾਂ ਜੀ ਅੱਲਾਹ ਜਜ਼ਾਏ ਖੈਰ ਬਹੁਤ ਦੇ ਅੱਛੇ ਕਿਤਾਬ ਦੀਆਂ ਕਿਤਾਬਾਂ ਨੇ। ਹਾਂਜੀ, ਇੱਕ ਪਰਸੋਂ ਚੌਥ ਦੀ ਗੱਲ ਹੈ, ਹਾਂ ਬੈਠਾ ਇੱਕ ਗੱਲ ਸ਼ੁਰੂ ਹੋ ਗਈ ਅੱਛਾ ਤੇ ਉਹਦੇ ਵਿੱਚ ਮੈਨੂੰ ਇੱਕ ਗੱਲ ਜਿਹੜੀ ਹੈ ਨਾ ਬਹੁਤ ਬੁਰੀ ਲੱਗੀ। ਅੱਛਾ ਹਕੀਮ ਕਬੀਰਉদ্ਦੀਨ ਜਿਹੜੇ ਸਨ ਜੀ, ਹਾਂ ਉਹਨਾਂ ਦਾ ਇਹ ਕਾਰੋਬਾਰ ਕੋਈ ਨਹੀਂ ਸੀ ਤੇ ਉਹਨਾਂ ਕਿਤਾਬਾਂ ਲਿਖ ਕੇ ਗੁਜ਼ਾਰਾ ਕੀਤਾ। ਅੱਛਾ ਮੈਨੂੰ ਬਹੁਤ ਬੁਰੀ ਗੱਲ ਲੱਗੀ। ਹਾਂ ਮੈਂ ਕਿਹਾ ਯਾਰ ਕਿਤਾਬਾਂ ਲਿਖ ਕੇ ਗੁਜ਼ਾਰਾ ਕੀਤਾ ਤੇ ਕਿਤਾਬ ਲਿਖਣਾ ਕੋਈ ਮਾਮੂਲੀ ਗੱਲ ਹੈ। ਹਾਂ ਉਹਨਾਂ ਦੀ ਕਿਤਾਬਾਂ ਇਸ ਵਾਸਤੇ ਲਿਖੀਆਂ ਨੇ ਤੇ ਕਿ ਮੇਰੇ ਮਖਲੂਕ ਤੋਂ ਦਾ ਬਾਅਦ ਫਾਇਦਾ ਜਿਹੜੀ ਹੈ ਖਬਰ ਜਿਹੜੀ ਚੱਲਦੀ ਰਵੇ ਕੋਈ ਨਾ ਕੋਈ ਇਹਦੇ ਕੋਲੋਂ ਫਾਇਦਾ ਫਾਇਦਾ ਲੈ ਹੈ। ਜੀ ਹਾਂਜੀ, ਮੈਂ ਪਰਸੋਂ ਚੌਥ ਬਿਆਸ ਕਬੀਰ ਆਪਣਾ ਸਿੱਬੇ ਅਕਬਰ ਜੀ ਉਹਦੇ ਆਖਰੀ ਸਫਾਤ ਪੜ੍ਹ ਰਿਹਾ ਸਾਂ। ਜੀ ਕਮਾਲ ਦਰਜੇ ਦੀ ਗੱਲ ਤੇ ਹੈ। ਕਿ ਸਿੱਬੇ ਅਕਬਰ ਬਹੁਤ ਕਮਾਲ ਕਰਦਾ ਹਾਂਜੀ, ਜੀ ਕਿ ਇਹ ਫਲਾਣੀ ਦਵਾਈ ਜਿਹੜੀ ਹੈ ਇਹ ਫਲਾਣੀ ਮਰਜ਼ ਦੇ ਸਫੇ ਦੇ ਅੰਦਰ ਲਿਖੀ ਹੋਈ ਹੈ, ਫਲਾਣੀ ਦਵਾਈ ਫਲਾਣੀ ਮਰਜ਼ ਦੇ ਸਫੇ 'ਚ ਲਿਖੀ ਹੋਈ ਹੈ। ਇਹ ਜਿਹੜੀ ਮਰਜ਼ ਹੈ ਇਹਦੇ ਵਾਸਤੇ ਇਹ ਇਲਾਜ, ਇਹਦੇ ਵਾਸਤੇ ਇਹ ਇਲਾਜ, ਇਹਦੇ ਵਾਸਤੇ ਇਹ ਇਲਾਜ। ਸਹੀ ਨਾਨਾ ਜੀ ਉਸ ਬੰਦੇ ਨੇ ਕਮਾਲ ਕਰ ਛੱਡੀ। ਸਹੀ ਹਾਂਜੀ, ਬਿਲਕੁਲ ਤੇ ਸਹੀ ਬੰਦੇ ਨੂੰ ਜਦੋਂ ਗੱਲਬਾਤ ਕਰਨੀ ਹੋਵੇ ਤਾਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਕਿ ਉਹਨਾਂ ਦਾ ਕਾਰੋਬਾਰ ਕੋਈ ਨਹੀਂ ਸੀ, ਉਹਨਾਂ ਨੇ ਕਿਤਾਬਾਂ ਲਿਖ ਕੇ ਗੁਜ਼ਾਰਾ ਇਹ ਕੀਤਾ। ਬੇਵਕੂਫੀ ਵਾਲੀ ਗੱਲ ਹੈ ਹਾਂ, ਕਿਤਾਬਾਂ ਲਿਖ ਕੇ ਗੁਜ਼ਾਰਾ ਕੀਤਾ। ਨਾ ਕਦਰੀ ਹਿਸਾਬ ਲਾ ਲਓ, ਜਿਹੜਾ ਬੰਦਾ ਇੰਨੀਆਂ ਕਿਤਾਬਾਂ ਲਿਖਦਾ ਉਹਦਾ ਕਾਰੋਬਾਰ ਕੋਈ ਨਹੀਂ। ਅਜੀਬ ਵੀ ਗੱਲ ਹੈ। ਅੱਲਾਹ ਹਿਦਾਇਤ ਦੇ ਅੱਲਾਹ ਹਦਾਇਤ ਦੇ ਜੀ। ਠੀਕ ਹੈ ਜੀ ਅੱਲਾਹ ਤਾਲਾ ਸਭ ਵਾਸਤੇ ਆਮੀਨ। ਖੈਰ ਦਾ ਜ਼ਰੀਆ ਬਣਾਵੇ ਸਾਡੇ ਤੁਹਾਡੇ ਵਾਸਤੇ ਅੱਲਾਹ ਤਾਲਾ ਦੁਆਵਾਂ ਦੀ ਦਰਖਾਸਤ ਹੈ ਆਮੀਨ। ਅੱਲਾਹ ਤੁਹਾਨੂੰ ਜਜ਼ਾਏ ਖੈਰ ਦੇ ਜੀ ਬੜਾ ਕੀਮਤੀ ਵਕਤ ਵੀ ਤੁਸੀਂ ਅੱਲਾਹ ਦਿੱਤਾ ਹੈ ਖੈਰ ਕਰੇ ਜੀ, ਅੱਲਾਹ ਅੱਲਾਹ ਪਾਕ ਕਬੂਲ फरमाए ठीक है जी खुदा हाफिज ਅੱਲਾਹ